ਮੇਰਾ ਨਾਮ ਅਨੂ ਹੈ। ਅੱਜ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਦੱਸਣਾ ਚਾਹੁੰਦੀ ਹਾਂ ਜਿਸ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਮੈਂ ਪਿੰਡ ਦੀ ਰਹਿਣ ਵਾਲੀ ਇੱਕ ਆਮ ਜਿਹੀ ਕੁੜੀ ਸੀ ਅਤੇ ਪਿੰਡ ਵਿੱਚ ਹੀ ਪੈਦਾ ਹੋਈ ਸੀ। ਮੇਰਾ ਪੂਰਾ ਪਰਿਵਾਰ ਪਿੰਡ ਵਿੱਚ ਰਹਿੰਦਾ ਸੀ। ਸ਼ਹਿਰ ਜਾਣ ਦੀ ਸਾਡੀ ਵੀ ਬਹੁਤ ਇੱਛਾ ਸੀ, ਪਰ ਸ਼ਹਿਰ ਵਿੱਚ ਸਿਰਫ ਵੱਡੇ ਲੋਕ ਹੀ ਰਹਿੰਦੇ ਸਨ ਜਿਨ੍ਹਾਂ ਕੋਲ ਪੈਸਾ ਸੀ। ਅਸੀਂ ਬਹੁਤ ਗਰੀਬ ਸੀ। ਇੱਕ ਦਿਨ ਮੇਰੇ ਲਈ ਚੰਗੇ ਮੁੰਡੇ ਦਾ ਰਿਸ਼ਤਾ ਆਇਆ ਜੋ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਮੈਂ ਇਸ ਰਿਸ਼ਤੇ ਬਾਰੇ ਸੁਣ ਕੇ ਬਹੁਤ ਖੁਸ਼ ਹੋ ਗਈ ਕਿਉਂਕਿ ਮੈਂ ਸ਼ਹਿਰ ਦੇ ਲੋਕਾਂ ਨੂੰ ਬਹੁਤ ਪਸੰਦ ਕਰਦੀ ਸੀ। ਜਿਸ ਮੁੰਡੇ ਦਾ ਮੇਰੇ ਘਰ ਰਿਸ਼ਤਾ ਆਇਆ ਸੀ ਉਹ ਮੁੰਡਾ ਸ਼ਹਿਰ ਵਿੱਚ ਕੰਮ ਕਰਦਾ ਸੀ। ਉਸ ਦੀ ਨੌਕਰੀ ਸ਼ਹਿਰ ਵਿੱਚ ਹੀ ਸੀ ਅਤੇ ਉਹ ਕਈ ਵਾਰ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ। ਪਤਾ ਲੱਗਾ ਕਿ ਉਸ ਦੇ ਘਰ ਵਿੱਚ ਉਸ ਦੇ ਵੱਡੇ ਭਰਾ ਤੋਂ ਇਲਾਵਾ ਹੋਰ ਕੋਈ ਨਹੀਂ ਰਹਿੰਦਾ ਸੀ। ਵੱਡੇ ਭਰਾ ਦੀ ਪਤਨੀ ਦੀ 3-4 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਹਨਾਂ ਨੂੰ ਹੁਣ ਘਰ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਲਈ ਲੜਕੇ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਜੇਕਰ ਨੂੰਹ ਉੱਥੇ ਆ ਜਾਵੇ ਤਾਂ ਘਰ ਸੰਭਾਲ ਲਵੇਗੀ। ਇਹ ਰਿਸ਼ਤਾ ਬਹੁਤ ਜਲਦਬਾਜ਼ੀ ਦਾ ਸੀ ਅਤੇ ਰਿਸ਼ਤਾ ਤੈਅ ਹੋਣ ਤੋਂ 2 ਮਹੀਨੇ ਬਾਅਦ ਹੀ ਮੇਰਾ ਵਿਆਹ ਹੋ ਗਿਆ। ਮੇਰੇ ਪਿਤਾ ਜੀ ਨੂੰ ਇਸ ਕਰਕੇ ਇਹ ਰਿਸ਼ਤਾ ਪਸੰਦ ਸੀ ਕਿਉਂਕਿ ਮੇਰੇ ਸਹੁਰੇ ਘਰ ਵਿੱਚ ਮੇਰੇ ਜੇਠ ਜੀ ਤੋਂ ਇਲਾਵਾ ਕੋਈ ਨਹੀਂ ਸੀ ਅਤੇ ਮੈਨੂੰ ਇਹ ਰਿਸ਼ਤਾ ਸਭ ਤੋਂ ਵੱਧ ਪਸੰਦ ਸੀ ਕਿਉਂਕਿ ਲੜਕਾ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਮੈਂ ਪੜ੍ਹੀ ਲਿਖੀ ਨਹੀਂ ਸੀ ਪਰ ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਚਾਹੁੰਦੀ ਸੀ ਕਿ ਇੱਕ ਵਾਰ ਮੇਰਾ ਵਿਆਹ ਹੋ ਜਾਵੇ, ਸ਼ਾਇਦ ਮੈਨੂੰ ਆਪਣੇ ਪਤੀ ਤੋਂ ਕੁਝ ਸਿੱਖਣ ਨੂੰ ਮਿਲ ਜਾਵੇ। ਜਦੋਂ ਮੇਰਾ ਵਿਆਹ ਹੋਇਆ ਅਤੇ ਮੈਂ ਆਪਣੇ ਪਤੀ ਨੂੰ ਦੇਖਿਆ ਤਾਂ ਮੈਂ ਬਹੁਤ ਖੁਸ਼ ਹੋ ਗਈ। ਇੰਜ ਲੱਗਦਾ ਸੀ ਜਿਵੇਂ ਮੇਰੀ ਕਿਸਮਤ ਖੁੱਲ੍ਹ ਗਈ ਹੋਵੇ। ਮੇਰਾ ਪਤੀ ਬਹੁਤ ਚੰਗਾ ਸੀ। ਉਹ ਦੇਖਣ ਵਿੱਚ ਵੀ ਬਹੁਤ ਸੁੰਦਰ ਸੀ। ਵੈਸੇ ਮੈਂ ਵੀ ਬੁਰੀ ਨਹੀਂ ਸੀ। ਲੋਕ ਮੈਨੂੰ ਵੀ ਪਸੰਦ ਕਰਦੇ ਸਨ। ਲੋਕ ਕਹਿੰਦੇ ਸਨ ਕਿ ਤੂੰ ਬਿਲਕੁਲ ਸ਼ਹਿਰ ਦੀਆਂ ਕੁੜੀਆਂ ਵਰਗੀ ਲੱਗਦੀ ਹੈ ਤੇ ਮੈਂ ਵੀ ਕਦੇ-ਕਦੇ ਆਪਣੀ ਸ਼ਕਲ ਨੂੰ ਇਹੋ ਜਿਹਾ ਬਣਾ ਲੈਂਦੀ ਸੀ। ਸ਼ਹਿਰ ਦੀਆਂ ਕੁੜੀਆਂ ਵਾਂਗ ਫਿਟਿੰਗ ਵਾਲੇ ਕੱਪੜੇ ਪਾਉਂਦੀ ਸੀ ਜਿਸ ਕਰਕੇ ਮੇਰੀ ਮਾਂ ਮੈਨੂੰ ਬਹੁਤ ਝਿੜਕਦੀ ਸੀ। ਮੈਨੂੰ ਆਪਣਾ ਪਤੀ ਅਤੇ ਸਹੁਰੇ ਬਹੁਤ ਪਸੰਦ ਆਏ ਸੀ। ਮੇਰੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਕਹਿ ਦਿੱਤਾ ਸੀ ਕਿ ਤੁਸੀਂ ਇਸ ਘਰ ਵਿੱਚ ਮੇਰੇ ਭਰਾ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਹੈ। ਮੈਂ ਤਾਂ ਸ਼ਹਿਰ ਵਿੱਚ ਰਹਿੰਦਾ ਹਾਂ, ਇਸੇ ਲਈ ਤੁਸੀਂ ਇੱਥੇ ਰਹਿ ਕੇ ਉਹਨਾਂ ਦੇ ਸਾਰੇ ਕੰਮ ਕਰਨੇ ਹੈ। ਇਸ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਜਦੋਂ ਭਾਬੀ ਜੀ ਜਿੰਦਾ ਸੀ ਤਾਂ ਘਰ ਦਾ ਸਾਰਾ ਕੰਮ ਉਹੀ ਕਰਦੀ ਸੀ ਅਤੇ ਜਦੋਂ ਤੋਂ ਭਾਬੀ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਭਰਾ ਬਿਮਾਰ ਰਹਿਣ ਲੱਗ ਗਏ ਹਨ ਅਤੇ ਹੁਣ ਉਹਨਾਂ ਤੋਂ ਕੋਈ ਕੰਮ ਨਹੀਂ ਹੁੰਦਾ ਸੀ। ਇਸ ਲਈ ਅਸੀਂ ਸੋਚਿਆ ਕਿ ਮੈਂ ਵਿਆਹ ਕਰਵਾ ਲਵਾਂ ਤਾਂ ਕਿ ਮੇਰੀ ਪਤਨੀ ਉਹਨਾਂ ਦਾ ਵੀ ਧਿਆਨ ਰੱਖੇਗੀ ਅਤੇ ਇਸ ਘਰ ਦੀ ਸਾਂਭ ਸੰਭਾਲ ਵੀ ਕਰੇਗੀ। ਮੈਂ ਆਪਣੇ ਪਤੀ ਦੀ ਹਰ ਗੱਲ ਮੰਨ ਲਈ ਸੀ। ਆਖਰਕਾਰ ਇਹ ਮੇਰਾ ਸਹੁਰਾ ਘਰ ਸੀ, ਇਸ ਲਈ ਮੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ। ਮੇਰੇ ਵਿਆਹ ਨੂੰ 2 ਮਹੀਨੇ ਹੋ ਗਏ ਸਨ ਅਤੇ ਮੇਰੇ ਪਤੀ ਹਰ ਮਹੀਨੇ 2-3 ਵਾਰ ਘਰ ਦਾ ਚੱਕਰ ਲਾ ਲੈਂਦੇ ਸੀ। ਮੇਰਾ ਪਤੀ ਮੇਰੇ ਵਿਆਹ ਤੋਂ 2 ਹਫ਼ਤੇ ਬਾਅਦ ਹੀ ਸ਼ਹਿਰ ਚਲਾ ਗਿਆ ਸੀ। ਘਰ ਦਾ ਸਾਰਾ ਕੰਮ ਮੈਂ ਹੀ ਕਰਦੀ ਸੀ ਅਤੇ ਆਪਣੇ ਜੇਠ ਦੇ ਵੀ ਸਾਰੇ ਕੰਮ ਕਰਦੀ ਸੀ। ਮੇਰਾ ਪਤੀ ਹਰ ਰੋਜ਼ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ। ਇੱਕ ਦਿਨ ਮੇਰੇ ਪਤੀ ਪਿੰਡ ਆਏ ਤਾਂ ਕਹਿਣ ਲੱਗੇ, ਤੁਸੀਂ ਬਹੁਤ ਸਾਰੇ ਘਰੇਲੂ ਕੰਮ ਕਰਦੇ ਹੋ, ਥੱਕ ਜਾਂਦੇ ਹੋਵੋਗੇ। ਮੈਂ ਸੋਚਿਆ ਕਿ ਕਿਉਂ ਨਾ ਪਿੰਡ ਦੀ ਕਿਸੇ ਗਰੀਬ ਕੁੜੀ ਨੂੰ ਘਰ ਦਾ ਕੰਮ ਕਰਨ ਲਈ ਰੱਖ ਲਿਆ ਜਾਵੇ। ਤੁਹਾਨੂੰ ਮਦਦ ਵੀ ਮਿਲੇਗੀ ਅਤੇ ਤੁਹਾਨੂੰ ਉਸ ਦਾ ਸਾਥ ਵੀ ਮਿਲੇਗਾ। ਮੈਂ ਆਪਣੀ ਪਤੀ ਦੀ ਇਸ ਗੱਲ ਤੋਂ ਬਹੁਤ ਖੁਸ਼ ਹੋ ਗਈ ਸੀ। ਮੈਂ ਇਸ ਲਈ ਸਹਿਮਤ ਹੋ ਗਈ ਕਿਉਂਕਿ ਉਹ ਮੇਰੇ ਬਾਰੇ ਬਹੁਤ ਚਿੰਤਤ ਸੀ। ਮੇਰੇ ਪਤੀ ਨੇ ਘਰ ਵਿੱਚ ਇੱਕ ਨੌਕਰਾਣੀ ਰੱਖ ਦਿੱਤੀ। ਉਹ ਇੱਕ ਜਵਾਨ ਕੁੜੀ ਸੀ। ਉਸ ਦਾ ਨਾਮ ਅੰਜੂ ਸੀ। ਹੁਣ ਅਸੀਂ 3 ਜਣੇ ਹੀ ਘਰ ਵਿੱਚ ਰਹਿਣ ਲੱਗੇ। ਮੇਰੇ ਘਰ ਵਿੱਚ ਮੇਰੇ ਤੋਂ ਇਲਾਵਾ ਮੇਰੇ ਜੇਠ ਜੀ ਅਤੇ ਇੱਕ ਕੰਮ ਕਰਨ ਵਾਲੀ ਕੁੜੀ ਰਹਿੰਦੀ ਸੀ ਜੋ ਮੇਰੀ ਉਮਰ ਦੀ ਸੀ। ਕੁਝ ਸਮਾਂ ਘਰ ਰਹਿਣ ਤੋਂ ਬਾਅਦ ਮੇਰਾ ਪਤੀ ਦੁਬਾਰਾ ਸ਼ਹਿਰ ਚਲਾ ਗਿਆ ਸੀ। ਪਹਿਲਾਂ ਮੈਂ ਘਰ ਵਿੱਚ ਬਹੁਤ ਇਕੱਲਾ ਮਹਿਸੂਸ ਕਰਦੀ ਸੀ ਪਰ ਹੁਣ ਜਦੋਂ ਤੋਂ ਅੰਜੂ ਘਰ ਆਈ ਹੈ ਮੈਂ ਬਿਹਤਰ ਮਹਿਸੂਸ ਕਰਨ ਲੱਗੀ। ਹੁਣ ਮੇਰੇ ਪਤੀ ਨੂੰ ਗਏ ਹੋਏ 15 ਦਿਨ ਹੋ ਗਏ ਸਨ ਪਰ ਪਿਛਲੇ 10 ਦਿਨਾਂ ਤੋਂ ਮੈਂ ਦੇਖ ਰਹੀ ਸੀ ਕਿ ਜਦੋਂ ਮੈਂ ਰਾਤ ਨੂੰ ਸੌਂਦੀ ਸੀ ਤਾਂ ਮੇਰੇ ਪੈਰਾਂ ਤੇ ਕਾਲੀ ਸ਼ਾਹੀ ਦੇ ਨਿਸ਼ਾਨ ਬਣ ਜਾਂਦੇ ਸਨ। ਇਹ ਨਿਸ਼ਾਨ ਬਹੁਤ ਅਜੀਬ ਹੁੰਦੇ ਸਨ। ਮੈਂ 10 ਦਿਨਾਂ ਤੋਂ ਲਗਾਤਾਰ ਇਹ ਨਿਸ਼ਾਨ ਦੇਖ ਰਹੀ ਸੀ। ਉਹ ਕੌਣ ਸੀ ਜੋ ਰਾਤ ਨੂੰ ਮੇਰੇ ਪੈਰਾਂ ਤੇ ਇਹ ਨਿਸ਼ਾਨ ਲਗਾਉਂਦਾ ਸੀ ਅਤੇ ਜਦੋਂ ਮੈਂ ਇਸ਼ਨਾਨ ਕਰਦੀ ਸੀ ਤਾਂ ਮੇਰੇ ਪੈਰਾਂ ਤੋਂ ਇਹ ਨਿਸ਼ਾਨ ਗਾਇਬ ਹੋ ਜਾਂਦੇ ਸਨ। ਪਹਿਲੀ ਵਾਰ ਜਦੋਂ ਮੈਂ ਇਹ ਨਿਸ਼ਾਨ ਵੇਖੇ ਤਾਂ ਮੈਂ ਸੋਚਿਆ ਕਿ ਇਹ ਕਿਤੋਂ ਲੱਗ ਗਏ ਹੋਣਗੇ
ਜਾਣਗੇ। ਪਰ ਹੁਣ ਇਹ ਨਿਸ਼ਾਨ ਹਰ ਰੋਜ਼ ਮੇਰੇ ਪੈਰਾਂ ਤੇ ਲੱਗਣ ਲੱਗ ਗਏ ਸਨ। ਹੁਣ ਮੈਨੂੰ ਸ਼ੱਕ ਹੋਣ ਲੱਗ ਪਿਆ ਸੀ, ਪਰ ਮੈਂ ਸ਼ੱਕ ਕਰਦੀ ਵੀ ਕਿਸ ਤੇ? ਮੇਰੇ ਘਰ ਵਿੱਚ ਮੇਰੇ ਤੋਂ ਇਲਾਵਾ 2 ਹੀ ਵਿਅਕਤੀ ਸਨ, ਪਰ ਮੈਂ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਪੈਰਾਂ ਤੇ ਕਾਲੇ ਨਿਸ਼ਾਨ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਸ਼ਾਇਦ ਹੋ ਸਕਦਾ ਹੈ ਕਿ ਮੈਂ ਨੰਗੇ ਪੈਰ ਘੁੰਮਦੀ ਹਾਂ, ਸ਼ਾਇਦ ਜ਼ਮੀਨ ਤੋਂ ਹੀ ਮੇਰੇ ਪੈਰਾਂ ਤੇ ਨਿਸ਼ਾਨ ਲੱਗ ਜਾਂਦੇ ਹਨ। ਇੱਕ ਦਿਨ ਮੇਰੇ ਪਤੀ ਮੈਨੂੰ ਫੋਨ ਤੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਜਲਦੀ ਹੀ ਇੱਥੇ ਬੁਲਾਉਣ ਬਾਰੇ ਸੋਚ ਰਿਹਾ ਹਾਂ। ਮੈਂ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਦੁਖੀ ਹੋਈ। ਸਗੋਂ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਕਿ ਮੇਰੇ ਪਤੀ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ। ਘਰ ਵਿੱਚ ਇੱਕ ਨੌਕਰਾਣੀ ਵੀ ਰੱਖੀ ਹੋਈ ਸੀ ਜੋ ਮੇਰੀ ਸੇਵਾ ਲਈ ਦਿਨ ਰਾਤ ਘਰ ਵਿੱਚ ਹੀ ਰਹਿੰਦੀ ਸੀ, ਤੇ ਘਰ ਵਿੱਚ ਰਹਿੰਦੇ ਹੋਏ ਮੇਰੇ ਪਤੀ ਦੇ ਭਰਾ ਦੀ ਦੇਖਭਾਲ ਕੌਣ ਕਰੇਗਾ? ਦੁਨੀਆ ਦੇ ਲੋਕ ਦੇਖ ਕੇ ਕੀ ਕਹਿਣਗੇ ਕਿ ਜੇਠ ਨੂੰ ਛੱਡ ਕੇ ਭਾਈ ਵੀ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਹੁਣ ਉਹ ਆਪਣੀ ਪਤਨੀ ਨੂੰ ਵੀ ਲੈ ਗਿਆ। ਜਦੋਂ ਮੈਂ ਇਹ ਸਾਰੀਆਂ ਗੱਲਾਂ ਆਪਣੇ ਪਤੀ ਨੂੰ ਦੱਸੀਆਂ ਤਾਂ ਉਸ ਨੇ ਕਿਹਾ ਕਿ ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਬਹੁਤ ਸਮਝਦਾਰ ਹੋ। ਤੁਹਾਡੇ ਵਰਗੀ ਪਤਨੀ ਪਾ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਖੁਸ਼ ਹੋ ਗਈ, ਪਰ ਮੈਂ ਸ਼ਹਿਰ ਜਾਣਾ ਚਾਹੁੰਦੀ ਸੀ ਅਤੇ ਇਸ ਇੱਛਾ ਨੂੰ ਆਪਣੇ ਦਿਲ ਵਿੱਚ ਦਬਾ ਲਿਆ ਸੀ। ਅੰਜੂ ਸਾਡੇ ਘਰ ਦਾ ਸਾਰਾ ਕੰਮ ਕਰਦੀ ਸੀ ਅਤੇ ਰਾਤ ਨੂੰ ਉਹ ਮੇਰੇ ਨਾਲ ਮੇਰੇ ਕਮਰੇ ਵਿੱਚ ਸੌਂਦੀ ਸੀ। ਪਹਿਲਾਂ ਮੇਰੇ ਜੇਠ ਜੀ ਬਹੁਤਾ ਸਮਾਂ ਆਪਣੇ ਕਮਰੇ ਜਾਂ ਹਾਲ ਵਿੱਚ ਹੀ ਬਿਤਾਉਂਦੇ ਸੀ ਜਾਂ ਹਾਲ ਵਿੱਚ ਟੀਵੀ ਦੇਖ ਕਰ, ਪਰ ਉਹ ਵੀ ਉਦੋਂ ਹੀ ਹਾਲ ਵਿੱਚ ਆਉਂਦੇ ਸੀ ਜਦੋਂ ਉਸ ਨੂੰ ਨਾਸ਼ਤੇ ਜਾਂ ਖਾਣੇ ਦੀ ਲੋੜ ਹੁੰਦੀ ਸੀ। ਮੇਰੇ ਜੇਠ ਜੀ ਬਹੁਤ ਹੀ ਵੱਖਰੀ ਕਿਸਮ ਦੇ ਵਿਅਕਤੀ ਸੀ। ਜਦੋਂ ਉਹ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਂਦੇ ਸੀ ਤਾਂ 15 ਮਿੰਟ ਤੱਕ ਹੱਥ ਹੀ ਧੋਂਦੇ ਰਹਿੰਦੇ ਸੀ। ਫਿਰ ਵਾਰ-ਵਾਰ ਉਹ ਹੱਥਾਂ ਨੂੰ ਸੁੰਘਦੇ ਹੀ ਰਹਿੰਦੇ ਸੀ ਤੇ ਕਹਿੰਦੇ ਸੀ ਕਿ ਪਤਾ ਨਹੀਂ ਕਿਹੜਾ ਹੱਥ ਚੰਗੀ ਤਰ੍ਹਾਂ ਸਾਫ਼ ਹੋਇਆ ਹੈ, ਕਿਹੜਾ ਨਹੀਂ। ਉਹ ਅਜੀਬ-ਅਜੀਬ ਗੱਲਾਂ ਕਰਦੇ ਸੀ। ਉਹ ਮੇਰੇ ਨਾਲ ਬਹੁਤੀ ਗੱਲ ਨਹੀਂ ਕਰਦੇ ਸੀ। ਜਦੋਂ ਵੀ ਕੋਈ ਕੰਮ ਹੁੰਦਾ ਉਹ ਮੈਨੂੰ ਉਦੋਂ ਹੀ ਬੁਲਾਉਂਦੇ ਸੀ, ਨਹੀਂ ਤਾਂ ਮੈਨੂੰ ਆਵਾਜ਼ ਨਹੀਂ ਦਿੰਦੇ ਸੀ। ਮੈਂ ਸਾਰਾ ਦਿਨ ਉਸ ਨੌਕਰਾਣੀ ਅੰਜੂ ਤੋਂ ਘਰ ਦਾ ਸਾਰਾ ਕੰਮ ਕਰਵਾ ਲੈਂਦੀ ਸੀ ਅਤੇ ਉਸ ਨਾਲ ਗੱਲਾਂ ਵੀ ਕਰਦੀ ਰਹਿੰਦੀ ਸੀ। ਪਹਿਲੇ 2 ਮਹੀਨੇ ਤਾਂ ਇਸੇ ਤਰ੍ਹਾਂ ਹੀ ਲੰਘ ਗਏ। ਮੇਰਾ ਪਤੀ ਰੋਹਨ ਮੈਨੂੰ ਹਰ ਦੂਜੇ ਜਾਂ ਤੀਜੇ ਦਿਨ ਫੋਨ ਕਰਦਾ ਸੀ। ਮੈਂ ਹਰ ਵਾਰ ਉਸ ਨੂੰ ਉਹਨਾਂ ਬਾਰੇ ਪੁੱਛਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਤੁਸੀਂ ਵੀ ਘਰ ਆ ਜਾਓ, ਮੇਰਾ ਤੁਹਾਡੇ ਬਿਨਾਂ ਮਨ ਨਹੀਂ ਲੱਗਦਾ। ਉਹ ਮੈਨੂੰ ਯਕੀਨ ਦਿਵਾਉਂਦਾ ਸੀ ਮੈਂ ਜਲਦੀ ਘਰ ਵਾਪਸ ਆ ਜਾਵਾਂਗਾ। ਜਦੋਂ ਵੀ ਮੈਂ ਨੌਕਰਾਣੀ ਨੂੰ ਆਪਣੇ ਜੇਠ ਜੀ ਦਾ ਕਮਰਾ ਸਾਫ਼ ਕਰਨ ਲਈ ਕਹਿੰਦੀ ਤਾਂ ਉਹ ਇਨਕਾਰ ਕਰ ਦਿੰਦੀ ਸੀ। ਉਹ ਕਹਿੰਦੀ ਸੀ ਕਿ ਭਾਬੀ ਤੁਸੀਂ ਵੀ ਮੇਰੇ ਨਾਲ ਸਾਹਬ ਦੇ ਕਮਰੇ ਵਿੱਚ ਆਓ, ਮੈਨੂੰ ਸਾਹਬ ਤੋਂ ਬਹੁਤ ਡਰ ਲੱਗਦਾ ਹੈ। ਉਹ ਮੈਨੂੰ ਵਾਰ-ਵਾਰ ਆਪਣੇ ਕਮਰੇ ਵਿੱਚ ਝਾੜੂ ਮਾਰਨ ਲਈ ਕਹਿੰਦੇ ਰਹਿੰਦੇ ਹੈ ਅਤੇ ਕਈ ਵਾਰ ਮੇਰੇ ਤੋਂ ਬੈੱਡ ਸ਼ੀਟ ਵੀ ਬਦਲਾਉਂਦੇ ਹੈ ਅਤੇ ਕਹਿੰਦੇ ਹੈ ਕਿ ਤੁਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰਦੇ, ਤੁਹਾਨੂੰ ਸਫਾਈ ਕਰਨਾ ਨਹੀਂ ਆਉਂਦਾ। ਮੈਂ ਨੌਕਰਾਣੀ ਦੀ ਗੱਲ ਸੁਣ ਕੇ ਹੱਸਣ ਲੱਗ ਪਈ ਤੇ ਕਿਹਾ ਕਿ ਉਹ ਤਾਂ ਵੱਖਰੀ ਕਿਸਮ ਦਾ ਬੰਦਾ ਹੈ, ਉਹਨਾਂ ਨੂੰ ਵਹਿਮ ਜ਼ਿਆਦਾ ਰਹਿੰਦਾ ਹੈ। ਹੋ ਸਕਦਾ ਹੈ ਕਿ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਦੇ ਹੋ ਗਏ ਹੋਣ। ਇਸ ਲਈ ਉਹ ਕਹਿਣ ਲੱਗੀ ਕਿ ਨਹੀਂ ਭਾਬੀ, ਉਹ ਆਦਮੀ ਮੈਨੂੰ ਠਰਕੀ ਜਿਹਾ ਲੱਗਦਾ ਹੈ, ਉਸ ਦੀ ਨਜ਼ਰ ਚੰਗੀ ਨਹੀਂ ਹੈ। ਭਾਬੀ ਤੈਨੂੰ ਪਤਾ ਹੈ, ਕੱਲ ਉਹ ਮੈਨੂੰ ਕਹਿਣ ਲੱਗੇ ਕਿ ਮੇਰੇ ਕਮਰੇ ਵਿੱਚ ਬਹੁਤ ਗਰਮੀ ਹੈ, ਮੈਂ ਨਹਾਉਣ ਜਾ ਰਿਹਾ ਹਾਂ, ਤੁਸੀਂ ਚਾਹੋ ਤਾਂ ਆਪਣਾ ਦੁਪੱਟਾ ਲਾ ਕੇ ਕਮਰਾ ਸਾਫ਼ ਕਰ ਸਕਦੇ ਹੋ। ਮੈਨੂੰ ਬੜਾ ਅਜੀਬ ਲੱਗਿਆ ਜੋ ਜੇਠ ਜੀ ਦੀ ਗੱਲ ਮੈਨੂੰ ਅੰਜੂ ਦੱਸ ਰਹੀ ਸੀ। ਮੈਂ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਸ ਨੇ ਤੁਹਾਨੂੰ ਆਪਣੀ ਧੀ ਸਮਝ ਕੇ ਕਹਿ ਦਿੱਤਾ ਹੋਵੇਗਾ। ਉਸ ਨੇ ਕਿਹਾ ਭਾਬੀ ਜੀ, ਅਸੀਂ ਸਾਰੀ ਉਮਰ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਹੈ, ਸਭ ਦੀਆਂ ਨਜ਼ਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਕਹਿ ਕੇ ਉਹ ਰਸੋਈ ਵਿੱਚ ਕੰਮ ਕਰਨ ਲਈ ਚਲੀ ਗਈ। ਮੈਂ ਇਸ ਗੱਲ ਨੂੰ ਭੁਲਾ ਦਿੱਤਾ ਸੀ, ਪਰ ਹੁਣ ਮੇਰੇ ਨਾਲ ਜੋ ਹੋ ਰਿਹਾ ਸੀ ਉਹ ਬਹੁਤ ਅਜੀਬ ਸੀ। ਆਖਰ ਉਹ ਕੌਣ ਸੀ ਜੋ ਮੇਰੇ ਪੈਰਾਂ ਤੇ ਕਾਲਾ ਰੰਗ ਲਾਉਂਦਾ ਸੀ? ਹਰ ਰਾਤ ਜਦੋਂ ਮੈਂ ਸੌਂਦੀ ਅਤੇ ਸਵੇਰੇ ਉੱਠ ਕੇ ਆਪਣੇ ਪੈਰਾਂ ਵੱਲ ਦੇਖਦੀ ਤਾਂ ਮੇਰੇ ਪੈਰਾਂ ਤੇ ਕਾਲੇ ਨਿਸ਼ਾਨ ਹੁੰਦੇ ਸਨ ਅਤੇ ਮੈਂ ਦੇਰ ਰਾਤ ਤੱਕ ਜਾਗਦੀ ਰਹਿੰਦੀ ਸੀ। ਮੇਰੀ ਨੌਕਰਾਣੀ ਮੇਰੇ ਕਮਰੇ ਵਿੱਚ ਫਰਸ਼ ਤੇ ਬਿਸਤਰ ਲਾ ਕੇ ਸੌਂਦੀ ਸੀ। ਮੈਂ ਰਾਤ ਦੇ 3 ਵਜੇ ਤੱਕ ਮੋਬਾਈਲ ਤੇ ਫਿਲਮ ਦੇਖ ਰਹੀ ਸੀ ਅਤੇ ਕੁਝ ਦੇਰ ਬਾਅਦ ਮੈਨੂੰ ਨੀਂਦ ਆ ਗਈ। ਮੈਂ ਸਾਰਾ ਦਿਨ ਘਰ ਦੇ ਕੰਮ ਕਾਜ ਤੋਂ ਬਾਅਦ ਸਾਰੀ ਰਾਤ ਜਾਗਦੀ ਨਹੀਂ ਰਹਿ ਸਕਦੀ ਸੀ। ਇੱਕ ਵਾਰ ਜਦੋਂ ਮੈਂ ਚਾਹ ਦੇਣ ਲਈ ਆਪਣੇ ਜੇਠ ਜੀ ਦੇ ਕਮਰੇ ਵਿੱਚ ਗਈ ਤਾਂ ਮੈਂ ਹੈਰਾਨ ਰਹਿ ਗਈ। ਉਹ ਆਪਣੀ ਉਂਗਲੀ ਤੇ ਕਾਲੀ ਸ਼ਾਈ ਨਾਲ ਕੋਰੇ ਕਾਗਜ਼ ਤੇ ਕੁਝ ਟੇਢੀਆਂ ਮੇਢੀਆਂ ਲਾਈਨਾਂ ਖਿੱਚ ਰਿਹਾ ਸੀ। ਮੈਂ ਸ਼ਾਮ ਦੀ ਚਾਹ ਉਸ ਦੇ ਕਮਰੇ ਵਿੱਚ ਲੈ ਕੇ ਗਈ ਸੀ, ਪਰ ਜੋ ਦੇਖਿਆ ਉਹ ਮੇਰੇ ਹੋਸ਼ ਉਡਾ ਦੇਣ ਲਈ ਕਾਫੀ ਸੀ। ਜਦੋਂ ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਇੱਕਦਮ ਘਬਰਾ ਗਿਆ ਅਤੇ ਫਿਰ ਮੇਰੇ ਵੱਲ ਦੇਖ ਕੇ ਗੁੱਸੇ ਨਾਲ ਕਹਿਣ ਲੱਗਾ
ਤੁਸੀਂ ਬਿਨਾਂ ਪੁੱਛੇ ਮੇਰੇ ਕਮਰੇ ਵਿੱਚ ਕਿਉਂ ਆਉਂਦੇ ਹੋ? ਕੀ ਤੁਹਾਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਬਿਨਾਂ ਆਗਿਆ ਕਿਸੇ ਦੇ ਕਮਰੇ ਵਿੱਚ ਨਹੀਂ ਜਾਣਾ ਚਾਹੀਦਾ? ਇਜਾਜ਼ਤ ਲੈ ਕੇ ਹੀ ਅੰਦਰ ਆਉਣਾ ਚਾਹੀਦਾ ਹੈ। ਪਹਿਲੀ ਵਾਰ ਉਸ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ। ਮੇਰਾ ਰੰਗ ਫਿੱਕਾ ਪੈ ਗਿਆ ਸੀ। ਮੈਂ ਪਿੱਛੇ ਮੁੜ ਕੇ ਸਿੱਧਾ ਆਪਣੇ ਕਮਰੇ ਵਿੱਚ ਆ ਗਈ ਅਤੇ ਚਾਹ ਉਸਦੇ ਕਮਰੇ ਵਿੱਚ ਮੇਜ਼ ਤੇ ਰੱਖ ਦਿੱਤੀ ਸੀ। ਮੇਰਾ ਦਿਲ ਤੇਜ਼ ਧੜਕ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਦਿਲ ਮੇਰੀ ਛਾਤੀ ਵਿੱਚੋਂ ਨਿਕਲ ਕੇ ਬਾਹਰ ਆ ਜਾਵੇਗਾ। ਮੈਨੂੰ ਆਪਣੇ ਪੈਰਾਂ ਤੇ ਛਾਈ ਦੇ ਨਿਸ਼ਾਨ ਯਾਦ ਆ ਰਹੇ ਸਨ। ਕੀ ਇਹ ਮੇਰੇ ਜੇਠ ਜੀ ਤਾਂ ਨਹੀਂ ਸੀ ਜਿਸ ਨੇ ਮੇਰੇ ਪੈਰਾਂ ਤੇ ਉਹ ਨਿਸ਼ਾਨ ਛੱਡ ਦਿੱਤੇ ਸਨ? ਨਹੀਂ ਨਹੀਂ, ਇਹ ਖਿਆਲ ਆਉਂਦੇ ਹੀ ਮੇਰਾ ਸਰੀਰ ਕੰਬਣ ਲੱਗ ਪਿਆ। ਇਹ ਅਜੀਬ ਗੱਲ ਸੀ। ਪਹਿਲਾਂ ਤਾਂ ਮੈਂ ਮਨ ਹੀ ਮਨ ਵਿੱਚ ਇਨਕਾਰ ਕਰ ਰਹੀ ਸੀ ਕਿ ਮੇਰੇ ਜੇਠ ਜੀ ਮੇਰੇ ਸਹੁਰੇ ਵਰਗਾ ਹੈ। ਉਹ ਮੇਰੇ ਪਤੀ ਨਾਲੋਂ ਉਮਰ ਵਿੱਚ ਬਹੁਤ ਵੱਡੇ ਹੈ। ਮੈਂ ਉਹਨਾਂ ਬਾਰੇ ਇਸ ਤਰ੍ਹਾਂ ਕਿਵੇਂ ਸੋਚ ਸਕਦੀ ਹਾਂ? ਪਰ ਸੱਚ ਤਾਂ ਇਹ ਸੀ ਕਿ ਮੇਰਾ ਜੇਠ ਜੀ ਵੀ ਉਸੇ ਰੰਗ ਦੀ ਛਾਈ ਨਾਲ ਕਾਗਜ਼ ਤੇ ਕੁਝ ਲੈਣਾ ਖਿੱਚ ਰਿਹਾ ਸੀ ਜਿਵੇਂ ਮੇਰੇ ਪੈਰਾਂ ਤੇ ਨਿਸ਼ਾਨ ਸਨ। ਇੱਕ ਵਾਰ ਜਦੋਂ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਰਸੋਈ ਵਿੱਚ ਗਈ ਤਾਂ ਮੇਰੇ ਜੇਠ ਜੀ ਨੌਕਰਾਣੀ ਦੇ ਬਿਲਕੁਲ ਪਿੱਛੇ ਖੜੇ ਸੀ। ਉਹ ਚੁੱਲ੍ਹੇ ਤੇ ਧਿਆਨ ਨਾਲ ਦਾਲ ਪਕਾ ਰਹੀ ਸੀ। ਉਹ ਉਸਦੇ ਬਹੁਤ ਨੇੜੇ ਸੀ, ਜਿਵੇਂ ਕਿ 1 ਇੰਚ ਦਾ ਫਾਸਲਾ ਹੋ। ਇਹ ਗੱਲ ਮੈਨੂੰ ਬਹੁਤ ਅਜੀਬ ਲੱਗੀ ਅਤੇ ਨੌਕਰਾਣੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਉਸਦੇ ਪਿੱਛੇ ਖੜਾ ਹੈ। ਇਸ ਦਾ ਮਤਲਬ ਹੈ ਕਿ ਨੌਕਰਾਣੀ ਉਸ ਦਿਨ ਠੀਕ ਕਹਿ ਰਹੀ ਸੀ ਕਿ ਮੇਰੇ ਜੇਠ ਜੀ ਦੀ ਨਜ਼ਰ ਅਤੇ ਨੀਅਤ ਚੰਗੀ ਨਹੀਂ ਹੈ। ਮੈਂ ਰਸੋਈ ਵਿੱਚ ਜਾ ਕੇ ਆਪਣੇ ਜੇਠ ਜੀ ਨੂੰ ਕਿਹਾ, ਜੇਠ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ? ਕਿਉਂਕਿ ਮੈਂ ਉਸ ਨੂੰ ਅੱਜ ਤੋਂ ਪਹਿਲਾਂ ਕਦੇ ਰਸੋਈ ਵਿੱਚ ਨਹੀਂ ਦੇਖਿਆ ਸੀ। ਮੇਰੀ ਆਵਾਜ਼ ਸੁਣ ਕੇ ਉਹ ਬਹੁਤ ਡਰ ਗਿਆ। ਉਹ ਮੈਨੂੰ ਰਸੋਈ ਵਿੱਚ ਦੇਖ ਕੇ ਹੈਰਾਨ ਰਹਿ ਗਿਆ। ਮੇਰੀ ਆਵਾਜ਼ ਸੁਣ ਕੇ ਅੰਜੂ ਵੀ ਖਾਣਾ ਛੱਡ ਕੇ ਮੇਰੇ ਵੱਲ ਦੇਖਣ ਲੱਗੀ। ਉਹ ਮੇਰੇ ਜੇਠ ਜੀ ਦੇ ਰਸੋਈ ਵਿੱਚ ਆਉਣ ਤੋਂ ਅਣਜਾਣ ਸੀ ਅਤੇ ਮੇਰੇ ਜੇਠ ਜੀ ਵੀ ਸਾਡੇ ਦੋਵਾਂ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਅੰਜੂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਮੈਂ ਆਪਣੇ ਜੇਠ ਜੀ ਨੂੰ ਰਸੋਈ ਵਿੱਚ ਆਉਣ ਦਾ ਕਾਰਨ ਪੁੱਛਣ ਲੱਗੀ। ਉਸ ਨੇ ਕਿਹਾ ਕਿ ਉਹ ਇਸ ਨੌਕਰਾਣੀ ਨੂੰ ਕੰਮ ਤੋਂ ਹਟਾਉਣਾ ਚਾਹੁੰਦਾ ਹੈ। ਮੈਂ ਲੰਬੇ ਸਮੇਂ ਤੋਂ ਦੇਖ ਰਿਹਾ ਹਾਂ ਕਿ ਉਹ ਘਰ ਦਾ ਕੰਮ ਬਹੁਤ ਗੰਦਾ ਕਰਦੀ ਹੈ। ਇਸ ਦੇ ਕੰਮ ਵਿੱਚ ਕੋਈ ਸਫਾਈ ਨਹੀਂ ਹੈ। ਉਹ ਹੁਣੇ ਹੀ ਝਾੜੂ ਮਾਰ ਕੇ ਵਾਪਸ ਆਈ ਹੈ ਅਤੇ ਬਿਨਾਂ ਹੱਥ ਧੋਤੇ ਖਾਣਾ ਬਣਾ ਰਹੀ ਹੈ। ਉਸ ਦੇ ਹੱਥ ਗੰਦੇ ਹਨ। ਅੰਜੂ ਨੂੰ ਕੁਝ ਪਰੇਸ਼ਾਨੀ ਹੋਈ। ਉਹ ਕਹਿਣ ਲੱਗੀ, ਸਾਹਿਬ ਝੂਠ ਕਿਉਂ ਬੋਲ ਰਹੇ ਹੋ? ਮੈਂ ਰਸੋਈ ਵਿੱਚ ਆਉਣ ਤੋਂ ਪਹਿਲਾਂ ਆਪਣੇ ਹੱਥ ਧੋ ਲਏ ਹਨ ਅਤੇ ਉਦੋਂ ਹੀ ਮੈਂ ਖਾਣਾ ਬਣਾਉਣਾ ਸ਼ੁਰੂ ਕੀਤਾ ਹੈ। ਮੇਰੇ ਜੇਠ ਜੀ ਉਸ ਨੌਕਰਾਣੀ ਨਾਲ ਬਹਿਸ ਕਰਨ ਲੱਗ ਪਏ ਸਨ। ਕਹਿਣ ਲੱਗੇ ਕਿ ਤੂੰ ਝੂਠ ਬੋਲ ਰਹੀ ਹੈ। ਮੇਰੇ ਵੀਰ ਦੇ ਪੈਸੇ ਹਰਾਮ ਦੇ ਨਹੀਂ ਹੈ ਜੋ ਮੈਂ ਤੁਹਾਨੂੰ ਵੀ ਤਨਖਾਹ ਦੇਵਾਂ ਅਤੇ ਤੁਸੀਂ ਗੰਦੇ ਹੱਥਾਂ ਨਾਲ ਘਰ ਦਾ ਖਾਣਾ ਬਣਾ ਰਹੇ ਹੋ। ਤੁਸੀਂ ਸਾਨੂੰ ਆਪਣੇ ਗੰਦੇ ਹੱਥਾਂ ਨਾਲ ਤਿਆਰ ਕੀਤਾ ਖਾਣਾ ਖਵਾ ਕੇ ਬਿਮਾਰ ਕਰਨਾ ਚਾਹੁੰਦੇ ਹੋ। ਚੰਗਾ ਹੋਇਆ ਕਿ ਅੱਜ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਨਹੀਂ ਤਾਂ ਪਤਾ ਨਹੀਂ ਕਿੰਨੇ ਸਮੇਂ ਤੋਂ ਤੁਸੀਂ ਸਾਨੂੰ ਆਪਣੇ ਗੰਦੇ ਹੱਥਾਂ ਨਾਲ ਬਣਾਇਆ ਖਾਣਾ ਖਵਾ ਰਹੇ ਹੋ। ਉਹ ਰਸੋਈ ਵਿੱਚ ਖੜੀ ਨੌਕਰਾਣੀ ਅੰਜੂ ਨਾਲ ਬੁਰੀ ਤਰ੍ਹਾਂ ਬਹਿਸ ਕਰ ਰਿਹਾ ਸੀ। ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੁਸੀਂ ਰਸੋਈ ਵਿੱਚੋਂ ਚਲੇ ਜਾਓ, ਮੈਂ ਖੁਦ ਨੌਕਰਾਣੀ ਨਾਲ ਗੱਲ ਕਰ ਲਵਾਂਗੀ। ਪਰ ਮੇਰੇ ਜੇਠ ਜੀ ਵੀ ਮੇਰੇ ਤੇ ਗੁੱਸੇ ਹੋਣ ਲੱਗੇ ਅਤੇ ਕਹਿਣ ਲੱਗੇ ਕਿ ਇਹ ਤੁਹਾਡੀ ਲਾਪਰਵਾਹੀ ਦਾ ਨਤੀਜਾ ਹੈ, ਨਹੀਂ ਤਾਂ ਮੈਂ ਇਸ ਨੌਕਰਾਣੀ ਨੂੰ 2 ਦਿਨਾਂ ਵਿੱਚ ਸਿੱਧਾ ਕਰ ਦੇਵਾਂ। ਮੇਰਾ ਭਰਾ ਪਤਾ ਨਹੀਂ ਵਿਦੇਸ਼ ਵਿੱਚ ਕਿਵੇਂ ਪੈਸੇ ਕਮਾ ਕੇ ਘਰ ਭੇਜਦਾ ਹੈ ਅਤੇ ਇਹ ਲੜਕੀ ਸਾਨੂੰ ਆਪਣੇ ਗੰਦੇ ਹੱਥਾਂ ਨਾਲ ਖਾਣਾ ਦਿੰਦੀ ਹੈ। ਅੱਜ ਤੋਂ ਤੁਸੀਂ ਮੇਰੇ ਲਈ ਖਾਣਾ ਬਣਾਓਗੇ। ਮੈਂ ਇਸ ਕੁੜੀ ਦਾ ਬਣਾਇਆ ਖਾਣਾ ਨਹੀਂ ਖਾਵਾਂਗਾ। ਜੇ ਮੈਂ ਉਸ ਨੂੰ ਖਾਣਾ ਬਣਾਉਂਦੇ ਦੇਖਿਆ ਤਾਂ ਮੈਂ ਉਸ ਨੂੰ ਘਰੋਂ ਬਾਹਰ ਕੱਢ ਦਿਆਂਗਾ। ਗੁੱਸੇ ਵਿੱਚ ਇਹ ਕਹਿ ਕੇ ਉਹ ਰਸੋਈ ਵਿੱਚੋਂ ਚਲਾ ਗਿਆ। ਅੰਜੂ ਰੋਣ ਲੱਗ ਪਈ। ਉਸ ਨੇ ਕਿਹਾ ਕਿ ਮੈਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੀ। ਪੈਸੇ ਲੈਂਦੇ ਹਾਂ ਤਾਂ ਆਪਣੀ ਮਿਹਨਤ ਦੇ ਲੈਂਦੇ ਹਾਂ, ਅਸੀਂ ਆਪਣੀ ਇੱਜ਼ਤ ਨਹੀਂ ਵੇਚੀ। ਸਾਹਿਬ ਨੇ ਇੰਨੀਆਂ ਸਾਰੀਆਂ ਗੱਲਾਂ ਸੁਣਾ ਦਿੱਤੀਆਂ। ਮੈਨੂੰ ਤਾਂ ਪਹਿਲਾਂ ਤੋਂ ਹੀ ਸਾਹਿਬ ਦੀ ਨਜ਼ਰ ਪਸੰਦ ਨਹੀਂ ਹੈ, ਪਰ ਮੈਂ ਇੱਥੇ ਸਿਰਫ ਪੈਸੇ ਦੀ ਖਾਤਰ ਕੰਮ ਕਰ ਰਹੀ ਹਾਂ। ਉਹ ਬਹੁਤ ਰੋ ਰਹੀ ਸੀ, ਪਰ ਉਸ ਸਮੇਂ ਉਹ ਆਪਣਾ ਕੰਮ ਛੱਡਣ ਲਈ ਤਿਆਰ ਸੀ। ਮੈਂ ਉਸ ਨੂੰ ਜੱਫੀ ਪਾ ਕੇ ਚੁੱਪ ਕਰਾ ਲਿਆ, ਕਿਉਂਕਿ ਮੈਂ ਜੇਠ ਜੀ ਨਾਲ ਇਸ ਘਰ ਵਿੱਚ ਇਕੱਲਾ ਨਹੀਂ ਰਹਿਣਾ ਚਾਹੁੰਦੀ ਸੀ। ਮੇਰੇ ਵਿੱਚ ਹਿੰਮਤ ਸੀ ਕਿ ਇਸ ਘਰ ਵਿੱਚ ਇੱਕ ਹੋਰ ਔਰਤ ਵੀ ਹੈ ਜੋ ਮੇਰੇ ਨਾਲ ਰਹਿੰਦੀ ਹੈ। ਹੁਣ ਤੱਕ ਮੈਂ ਇੱਕ ਸਮੱਸਿਆ ਤੋਂ ਛੁਟਕਾਰਾ ਨਹੀਂ ਪਾ ਸਕੀ ਸੀ ਕਿ ਮੇਰੇ ਪੈਰਾਂ ਤੇ ਕਾਲੇ ਨਿਸ਼ਾਨ ਕਿੱਥੋਂ ਆਉਂਦੇ ਹਨ ਅਤੇ ਫਿਰ ਨੌਕਰਾਣੀ ਹੋਣ ਦੇ ਬਾਵਜੂਦ ਉਹ ਮੇਰੇ ਕਮਰੇ ਵਿੱਚ ਕਿਵੇਂ ਆ ਸਕਦੇ ਹਨ। ਮੈਂ ਅੰਜੂ ਨੂੰ ਕਿਹਾ ਕਿ ਖਾਣੇ ਨੂੰ ਹੱਥ ਨਾ ਲਾਓ, ਖਾਣਾ ਮੈਂ ਆਪ ਤਿਆਰ ਕਰ ਲਵਾਂਗੀ।
ਇਸ ਲਈ ਤੁਸੀਂ ਕੋਈ ਹੋਰ ਕੰਮ ਕਰ ਲਓ, ਪਰ ਇਸ ਘਰ ਨੂੰ ਛੱਡ ਕੇ ਨਾ ਜਾਓ। ਮੈਂ ਬੜੀ ਮੁਸ਼ਕਲ ਨਾਲ ਨੌਕਰਾਣੀ ਨੂੰ ਮਨਾ ਕੇ ਰਸੋਈ ਤੋਂ ਬਾਹਰ ਲੈ ਗਈ। ਉਦੋਂ ਹਾਲ ਵਿੱਚ ਮੇਰੇ ਜੇਠ ਜੀ ਮੇਰੇ ਪਤੀ ਨਾਲ ਫੋਨ ਤੇ ਬਹਿਸ ਕਰ ਰਹੇ ਸੀ ਕਿ ਨੌਕਰਾਣੀ ਨੂੰ ਘਰ ਵਿੱਚੋਂ ਕੱਢ ਦਿਓ, ਨਹੀਂ ਤਾਂ ਮੈਂ ਖੁਦ ਉਸ ਨੂੰ ਧੱਕਾ ਦੇ ਕੇ ਬਾਹਰ ਕੱਢ ਦਿਆਂਗਾ। ਮੈਂ ਤਾਂ ਸੋਚਿਆ ਹੀ ਸੀ ਜੇ ਮੇਰੇ ਜੇਠ ਜੀ ਅੰਜੂ ਨੂੰ ਘਰੋਂ ਕੱਢ ਦਿੰਦੇ ਹੈ ਤਾਂ ਮੈਂ ਆਪਣੇ ਪਤੀ ਨੂੰ ਸਾਫ਼-ਸਾਫ਼ ਕਹਿ ਦਿਆਂਗੀ ਕਿ ਜੇਕਰ ਨੌਕਰਾਣੀ ਘਰ ਵਿੱਚ ਨਹੀਂ ਰਹੇਗੀ ਤਾਂ ਮੈਂ ਵੀ ਆਪਣੇ ਜੇਠ ਜੀ ਨਾਲ ਇਸ ਘਰ ਵਿੱਚ ਇਕੱਲੀ ਨਹੀਂ ਰਹਾਂਗੀ। ਜਾਂ ਤਾਂ ਮੈਂ ਆਪਣੇ ਪੇਕੇ ਘਰ ਜਾਵਾਂਗੀ ਜਾਂ ਮੇਰਾ ਪਤੀ ਮੈਨੂੰ ਆਪਣੇ ਨਾਲ ਸ਼ਹਿਰ ਲੈ ਜਾਵੇ। ਅੰਜੂ ਦੁਆਰਾ ਤਿਆਰ ਕੀਤੇ ਖਾਣੇ ਨੂੰ ਲੈ ਕੇ ਜੇਕਰ ਜੇਠ ਜੀ ਨੂੰ ਕੋਈ ਸਮੱਸਿਆ ਹੈ ਤਾਂ ਮੈਂ ਖਾਣਾ ਤਿਆਰ ਕਰਾਂਗੀ। ਮੈਨੂੰ ਨਹੀਂ ਪਤਾ ਕਿ ਮੇਰੇ ਪਤੀ ਨੇ ਆਪਣੇ ਵੱਡੇ ਭਰਾ ਨੂੰ ਇਹ ਕਿਵੇਂ ਸਮਝਾਇਆ, ਕਿਉਂਕਿ ਹੁਣ ਜੇਠ ਜੀ ਅਕਸਰ ਮੇਰੇ ਪਤੀ ਨਾਲ ਅੰਜੂ ਬਾਰੇ ਫੋਨ ਤੇ ਗੱਲ ਨਹੀਂ ਕਰਦੇ ਸੀ। ਮੈਂ ਆਪ ਰਸੋਈ ਵਿੱਚ ਖੜ ਕੇ ਖਾਣਾ ਬਣਾਉਣ ਲੱਗ ਪਈ ਅਤੇ ਆਪਣੇ ਜੇਠ ਨੂੰ ਆਪਣੇ ਹੱਥਾਂ ਨਾਲ ਖਾਣਾ ਦੇ ਕੇ ਆਈ। ਫਿਲਹਾਲ ਮੈਂ ਕੁਝ ਦੇਰ ਆਰਾਮ ਕਰਨ ਲਈ ਕਮਰੇ ਵਿੱਚ ਜਾ ਰਹੀ ਸੀ। ਅਚਾਨਕ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਨੌਕਰਾਣੀ ਮੇਰੇ ਕਮਰੇ ਵੱਲ ਨਾ ਜਾਵੇ। ਅੱਜ ਤੋਂ ਬਾਅਦ ਤੁਸੀਂ ਮੇਰਾ ਸਾਰਾ ਕੰਮ ਕਰੋਗੇ ਅਤੇ ਮੇਰੇ ਕਮਰੇ ਦੀ ਸਫਾਈ ਵੀ ਤੁਸੀਂ ਹੀ ਕਰੋਗੇ। ਇਹ ਸੁਣ ਕੇ ਮੈਂ ਹਾਂ ਵਿੱਚ ਸਿਰ ਹਿਲਾਇਆ ਅਤੇ ਕਿਹਾ, ਠੀਕ ਹੈ ਭਰਾ ਜੀ, ਮੈਂ ਤੁਹਾਡਾ ਸਾਰਾ ਕੰਮ ਆਪ ਕਰ ਲਵਾਂਗੀ। ਮੈਂ 2-4 ਦਿਨ ਕੰਮ ਕਰਾਂਗੀ, ਫਿਰ ਆਪਣੇ ਆਪ ਠੀਕ ਹੋ ਜਾਣਗੇ। ਪਰ ਕੀ ਪਤਾ ਸੀ ਕਿ ਮੈਨੂੰ ਆਪਣੇ ਕਮਰੇ ਵਿੱਚ ਬੁਲਾਉਣ ਪਿੱਛੇ ਉਸਦਾ ਕੀ ਮਕਸਦ ਸੀ। ਅਗਲੇ ਦਿਨ ਮੈਂ ਜੇਠ ਜੀ ਦੇ ਕਮਰੇ ਨੂੰ ਸਾਫ਼ ਕਰਨ ਲਈ ਉਹਨਾਂ ਦੇ ਕਮਰੇ ਵਿੱਚ ਗਈ। ਪਹਿਲਾਂ ਮੈਂ ਉਸਦਾ ਦਰਵਾਜ਼ਾ ਖੜਕਾਇਆ ਤਾਂ ਜੋ ਮੈਂ ਉਸਦਾ ਕਮਰਾ ਸਾਫ਼ ਕਰ ਸਕਾਂ ਅਤੇ ਉਹ ਕਮਰੇ ਤੋਂ ਬਾਹਰ ਜਾ ਸਕੇ। ਮੈਂ ਦੇਖਿਆ ਕਿ ਉਹ ਫਿਰ ਆਪਣੀ ਉਂਗਲ ਨੂੰ ਕਾਲੀ ਸ਼ਾਹੀ ਵਿੱਚ ਡੁਬੋ ਰਿਹਾ ਸੀ ਅਤੇ ਇੱਕ ਹੋਰ ਚਿੱਟੇ ਕਾਗਜ਼ ਉੱਤੇ ਲੈਣਾ ਖਿੱਚ ਰਿਹਾ ਸੀ। ਮੈਨੂੰ ਦੇਖ ਕੇ ਉਹਨਾਂ ਨੇ ਝੱਟ ਉਹ ਸਾਰੇ ਕਾਗਜ਼ ਅਲਮਾਰੀ ਵਿੱਚ ਰੱਖ ਕੇ ਸਿੱਧੇ ਬੈਠ ਗਏ। ਮੈਂ ਕਿਹਾ, ਜੇਠ ਜੀ ਤੁਸੀਂ ਕਮਰੇ ਤੋਂ ਬਾਹਰ ਚਲੇ ਜਾਓ, ਮੈਂ ਤੁਹਾਡਾ ਕਮਰਾ ਸਾਫ਼ ਕਰ ਦਿਆਂਗੀ। ਤਾਂ ਉਸਨੇ ਕਿਹਾ, ਹਾਂ ਕਰ ਦਿਓ। ਮੈਂ ਉਸਦੀ ਬੈੱਡਸ਼ੀਟ ਬਦਲੀ ਅਤੇ ਝਾੜੂ ਮਾਰਨ ਲੱਗੀ, ਪਰ ਉਹ ਕਮਰੇ ਤੋਂ ਬਾਹਰ ਨਹੀਂ ਗਏ ਅਤੇ ਮੈਨੂੰ ਬਾਰ-ਬਾਰ ਦੇਖ ਰਹੀ ਸੀ। ਉਸਨੇ ਇੱਕ ਵਾਰ ਵੀ ਮੇਰੇ ਤੋਂ ਅੱਖਾਂ ਨਹੀਂ ਹਟਾਈਆਂ। ਉਸ ਦੇ ਮੇਰੇ ਵੱਲ ਇਸ ਤਰ੍ਹਾਂ ਦੇਖਣ ਕਾਰਨ ਮੈਂ ਵੀ ਆਰਾਮ ਨਾਲ ਕੰਮ ਨਹੀਂ ਕਰ ਪਾ ਰਹੀ ਸੀ। ਘਬਰਾਹਟ ਕਾਰਨ ਮੇਰੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ ਅਤੇ ਮੈਨੂੰ ਪਸੀਨਾ ਵੀ ਆ ਰਿਹਾ ਸੀ। ਮੈਂ ਬਾਰ-ਬਾਰ ਦੁਪੱਟੇ ਨਾਲ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕਰ ਰਹੀ ਸੀ ਅਤੇ ਮੇਰੇ ਜੇਠ ਜੀ ਕੁਰਸੀ ਤੇ ਆਰਾਮ ਨਾਲ ਬੈਠ ਗਏ। ਕੁਝ ਦੇਰ ਬਾਅਦ ਉਹ ਕੁਰਸੀ ਤੋਂ ਉੱਠ ਕੇ ਮੇਰੇ ਨੇੜੇ ਆ ਕੇ ਮੇਰੇ ਸਾਹਮਣੇ ਖੜੇ ਹੋ ਗਏ। ਇਸ ਲਈ ਮੈਨੂੰ ਵੀ ਖੜਾ ਹੋਣਾ ਪਿਆ। ਉਹ ਮੈਨੂੰ ਕਹਿਣ ਲੱਗੇ ਕਿ ਇੰਨੀ ਗਰਮੀ ਹੈ, ਤੂੰ ਆਪਣਾ ਦੁਪੱਟਾ ਲਾ ਕੇ ਝਾੜੂ ਲਾ ਲਓ। ਮੈਂ ਵੈਸੇ ਵੀ ਬਾਥਰੂਮ ਵਿੱਚ ਨਹਾਉਣ ਜਾ ਰਿਹਾ ਹਾਂ, ਕਮਰੇ ਵਿੱਚ ਕੋਈ ਨਹੀਂ ਹੈ। ਉਸ ਦੇ ਇਹ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸ ਨੇ ਜੋ ਕਿਹਾ ਉਹ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਉਸ ਨੇ ਇਹ ਗੱਲ ਮੈਨੂੰ ਇੰਨੇ ਨੀਵੇਂ ਲਹਿਜੇ ਵਿੱਚ ਕਹੀ ਕਿ ਮੈਂ ਬਹੁਤ ਹੈਰਾਨ ਹੋ ਗਈ ਅਤੇ ਨੌਕਰਾਣੀ ਦੀ ਕਹੀ ਗੱਲ ਨੂੰ ਯਾਦ ਕਰਨ ਲੱਗੀ। ਮੈਂ ਕਿਹਾ, ਨਹੀਂ ਜੇਠ ਜੀ, ਮੈਨੂੰ ਤਾਂ ਦੁਪੱਟਾ ਲੈ ਕੇ ਹੀ ਕੰਮ ਕਰਨ ਦੀ ਆਦਤ ਹੈ। ਜਦੋਂ ਮੈਂ ਇਹ ਕਹਿ ਰਹੀ ਸੀ ਕਿ ਉਸਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਅਤੇ ਮੇਰੇ ਚਿਹਰੇ ਤੋਂ ਪਸੀਨਾ ਪੂੰਝਣ ਲੱਗਾ। ਮੈਂ ਪਿੱਛੇ ਹਟ ਗਈ। ਉਹ ਵੀ ਥੋੜਾ ਘਬਰਾ ਗਿਆ। ਉਹ ਤੁਰੰਤ ਆਪਣੇ ਕਮਰੇ ਤੋਂ ਬਾਥਰੂਮ ਵਿੱਚ ਨਹਾਉਣ ਲਈ ਚਲਾ ਗਿਆ ਅਤੇ ਮੇਰੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ। ਉਹ ਮੇਰੇ ਨਾਲ ਕੀ ਕਰ ਰਿਹਾ ਸੀ? ਮੇਰੇ ਦਿਲ ਦੀ ਹਾਲਤ ਅਜਿਹੀ ਸੀ ਕਿ ਧੜਕਣ ਹੀ ਖਤਮ ਹੋ ਗਈ ਸੀ। ਮੈਂ ਆਪਣੇ ਜੇਠ ਜੀ ਦੀ ਇਸ ਹਰਕਤ ਤੋਂ ਬਹੁਤ ਡਰ ਗਈ ਸੀ। ਮੈਨੂੰ ਲੱਗਾ ਜਿਵੇਂ ਉਹ ਮੇਰੇ ਤੇ ਵੀ ਬੁਰੀ ਨਜ਼ਰ ਰੱਖਣ ਲੱਗ ਪਿਆ ਹੋਵੇ। ਹੁਣ ਮੈਨੂੰ ਆਪਣੇ ਜੇਠ ਜੀ ਦੇ ਚਰਿੱਤਰ ਤੇ ਸ਼ੱਕ ਹੋਣ ਲੱਗਾ। ਮੈਂ ਜਲਦੀ ਨਾਲ ਉਸਦੇ ਕਮਰੇ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਬਾਥਰੂਮ ਤੋਂ ਇਸ਼ਨਾਨ ਕਰਕੇ ਵਾਪਸ ਨਾ ਆਵੇ ਅਤੇ ਮੈਂ ਉਸਦੇ ਵਾਪਸ ਆਉਣ ਤੋਂ ਪਹਿਲਾਂ ਹੀ ਕਮਰੇ ਵਿੱਚੋਂ ਨਿਕਲ ਜਾਵਾਂ। ਮੈਂ ਸਾਰਾ ਦਿਨ ਇਹ ਸੋਚ ਕੇ ਪਰੇਸ਼ਾਨ ਰਹਿੰਦੀ ਸੀ। ਰਾਤ ਨੂੰ ਜਦੋਂ ਮੈਂ ਨੌਕਰਾਣੀ ਨਾਲ ਆਪਣੇ ਕਮਰੇ ਵਿੱਚ ਆਈ ਤਾਂ ਉਹ ਆਪਣਾ ਬਿਸਤਰਾ ਫਰਸ਼ ਤੇ ਵਿਛਾ ਰਹੀ ਸੀ। ਮੈਂ ਅੰਜੂ ਨੂੰ ਕਿਹਾ, ਕਿਰਪਾ ਕਰਕੇ ਇੱਥੇ ਆ ਕੇ ਮੇਰੇ ਨੇੜੇ ਬੈਠੋ। ਉਹ ਮੇਰੇ ਨੇੜੇ ਬੈਠ ਕੇ ਮੇਰੇ ਵੱਲ ਦੇਖ ਰਹੀ ਸੀ। ਮੈਂ ਉਸਨੂੰ ਕਿਹਾ ਕਿ ਮੇਰੀ ਗੱਲ ਸੁਣੋ। ਮੈਂ ਸੋਚ ਰਹੀ ਸੀ ਅੰਜੂ ਨੂੰ ਇਹ ਦੱਸਣਾ ਠੀਕ ਰਹੇਗਾ ਜਾਂ ਨਹੀਂ। ਜਦੋਂ ਮੈਂ ਉਸ ਨੂੰ ਬੁਲਾਇਆ ਤਾਂ ਉਹ ਕੁੜੀ ਆਪਣਾ ਬਿਸਤਰਾ ਛੱਡ ਕੇ ਮੇਰੇ ਕੋਲ ਆ ਕੇ ਬੈਠ ਗਈ। ਹੁਣ ਮੈਂ ਉਸ ਨੂੰ ਕੁਝ ਦੱਸਣਾ ਸੀ। ਫਿਰ ਮੈਂ ਉਸ ਨੂੰ ਕਿਹਾ ਕਿ ਜੋ ਕੁਝ ਤੁਸੀਂ ਮੇਰੇ ਜੇਠ ਜੀ ਬਾਰੇ ਕਹਿੰਦੇ ਹੋ, ਮੈਨੂੰ ਵੀ ਉਹ ਸਾਰੀਆਂ ਗੱਲਾਂ ਸੱਚੀਆਂ ਲੱਗਣ ਲੱਗ ਪਈਆਂ ਹਨ। ਫਿਰ ਮੈਂ ਉਸ ਨੂੰ ਇਹ ਵੀ ਕਿਹਾ ਕਿ ਮੇਰੇ ਪੈਰਾਂ ਤੇ ਹਰ ਰੋਜ਼ ਕਾਲੀ ਸ਼ਾਹੀ ਦੇ ਨਿਸ਼ਾਨ ਹੁੰਦੇ ਹਨ। ਤਾਂ ਉਹ ਇਹ ਸੁਣ ਕੇ ਹੈਰਾਨ ਹੋ ਗਈ ਅਤੇ ਮੇਰੇ ਵੱਲ ਵੱਡੀਆਂ ਅੱਖਾਂ ਨਾਲ ਵੇਖਣ ਲੱਗੀ ਅਤੇ ਕਹਿਣ ਲੱਗੀ, ਭਾਬੀ, ਮੈਨੂੰ ਤੁਹਾਡੇ ਜੇਠ ਤੇ ਪਹਿਲਾਂ ਤੋਂ ਹੀ ਸ਼ੱਕ ਹੈ
ਮੈਨੂੰ ਲੱਗਦਾ ਹੈ ਕਿ ਉਹ ਤੁਹਾਡੇ ਨਾਲ ਵੀ ਕੁਝ ਗਲਤ ਕਰ ਰਹੇ ਹਨ। ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਕੀ ਮਤਲਬ ਹੈ, ਤਾਂ ਉਸਨੇ ਕਿਹਾ, ਭਾਬੀ ਮੈਨੂੰ ਲੱਗਦਾ ਹੈ ਕਿ ਤੁਹਾਡੇ ਜੇਠ ਜੀ ਤੁਹਾਡੇ ਤੇ ਕਾਲਾ ਜਾਦੂ ਕਰ ਰਹੇ ਹਨ। ਸਾਡੇ ਪਿੰਡ ਵਿੱਚ ਵੀ ਇੱਕ ਜੇਠ ਨੇ ਗਲਤ ਕਰਕੇ ਆਪਣੇ ਛੋਟੇ ਭਰਾ ਦੀ ਘਰਵਾਲੀ ਨਾਲ ਵਿਆਹ ਕਰਵਾ ਲਿਆ ਸੀ। ਉਸ ਨੇ ਕਾਲੇ ਜਾਦੂ ਰਾਹੀਂ ਆਪਣੇ ਭਰਾ ਦੀ ਪਤਨੀ ਨੂੰ ਕਾਬੂ ਕਰ ਲਿਆ ਸੀ ਅਤੇ ਉਸ ਔਰਤ ਦਾ ਪਤੀ ਵੀ ਬਾਹਰ ਰਹਿੰਦਾ ਸੀ। ਨੌਕਰਾਣੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਨੌਕਰਾਣੀ ਨੇ ਦੱਸਿਆ ਕਿ ਪਹਿਲਾਂ ਸਾਹਿਬ ਹਮੇਸ਼ਾ ਮੇਰੇ ਤੇ ਨਜ਼ਰ ਰੱਖਦੇ ਸਨ, ਪਰ ਮੈਂ ਹੁਣ ਦੇਖਣ ਲੱਗੀ ਹਾਂ ਕਿ ਉਸ ਦੀ ਨਜ਼ਰ ਤੁਹਾਡੇ ਤੇ ਹੈ। ਉਹ ਤੁਹਾਡੇ ਵੱਲ ਘੂਰਦੇ ਰਹਿੰਦੇ ਹਨ ਅਤੇ ਸ਼ਾਇਦ ਇਸੇ ਲਈ ਮੈਨੂੰ ਸਾਹਿਬ ਇਸ ਘਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਮੇਰੇ ਜਾਣ ਤੋਂ ਬਾਅਦ ਉਹ ਤੁਹਾਡੇ ਤੇ ਆਸਾਨੀ ਨਾਲ ਨਜ਼ਰ ਰੱਖ ਸਕਣ। ਇਸੇ ਲਈ ਉਹ ਮੇਰੇ ਹਰ ਕੰਮ ਵਿੱਚ ਬਿਨਾਂ ਕਿਸੇ ਕਾਰਨ ਨੁਕਸ ਲੱਭਦੇ ਰਹਿੰਦੇ ਹਨ। ਨੌਕਰਾਣੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਜੇਠ ਜੀ ਤੇ ਯਕੀਨ ਹੀ ਨਹੀਂ ਆ ਰਿਹਾ ਕਿ ਉਸ ਦੇ ਇਰਾਦੇ ਇੰਨੇ ਮੈਲੇ ਸਨ। ਉਹਨਾਂ ਨੇ ਸੋਚਿਆ ਵੀ ਨਹੀਂ ਸੀ ਉਹ ਉਸ ਦੇ ਭਰਾ ਦੀ ਪਤਨੀ ਹੈ। ਉਹ ਅਜਿਹਾ ਕਿਵੇਂ ਕਰ ਸਕਦਾ ਹੈ? ਹੁਣ ਮੈਨੂੰ ਹੋਰ ਵੀ ਜ਼ਿਆਦਾ ਡਰ ਲੱਗਣ ਲੱਗਿਆ ਸੀ। ਹੁਣ ਮੈਂ ਆਪਣੇ ਕਮਰੇ ਨੂੰ ਤਾਲਾ ਲਾ ਕੇ ਸੌਣ ਲੱਗ ਗਈ ਸੀ ਅਤੇ ਹੁਣ ਮੇਰੇ ਪੈਰਾਂ ਤੇ ਕੋਈ ਨਿਸ਼ਾਨ ਨਹੀਂ ਸਨ। ਇਸ ਤੋਂ ਮੈਂ ਅੰਦਾਜ਼ਾ ਲਗਾਇਆ ਸੀ ਕਿ ਇਹ ਮੇਰੇ ਜੇਠ ਜੀ ਸੀ ਜਿਸ ਨੇ ਮੇਰੇ ਪੈਰਾਂ ਤੇ ਸ਼ਾਹੀ ਦੇ ਨਿਸ਼ਾਨ ਲਗਾਏ ਸੀ। ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿਉਂਕਿ ਮੈਂ ਅੰਦਰੋਂ ਦਰਵਾਜ਼ਾ ਬੰਦ ਕਰਕੇ ਸੌਣਾ ਸ਼ੁਰੂ ਕਰ ਦਿੱਤਾ ਸੀ ਅਤੇ ਜੇਕਰ ਦਰਵਾਜ਼ਾ ਬੰਦ ਹੁੰਦਾ ਤਾਂ ਅੱਧੀ ਰਾਤ ਨੂੰ ਮੇਰੇ ਜੇਠ ਜੀ ਮੇਰੇ ਕਮਰੇ ਵਿੱਚ ਨਹੀਂ ਆ ਸਕਦੇ ਸੀ। ਜਦੋਂ ਮੈਂ ਦਰਵਾਜ਼ਾ ਬੰਦ ਕਰਕੇ ਨਹੀਂ ਸੌਂਦੀ ਸੀ ਤਾਂ ਮੇਰੇ ਜੇਠ ਜੀ ਹੀ ਮੇਰੇ ਕਮਰੇ ਵਿੱਚ ਆਉਂਦਾ ਹੋਵੇਗਾ। ਹੋ ਸਕਦਾ ਹੈ ਕਿ ਕੋਈ ਗਲਤ ਕੰਮ ਵੀ ਕਰਦੇ ਹੋਣ, ਪਰ ਇਹ ਕਿਵੇਂ ਸੰਭਵ ਸੀ? ਜਦੋਂ ਤੋਂ ਮੈਂ ਕਮਰੇ ਨੂੰ ਤਾਲਾ ਲਗਾਉਣਾ ਸ਼ੁਰੂ ਕੀਤਾ ਸੀ, ਮੇਰੇ ਜੇਠ ਜੀ ਮੇਰੇ ਵੱਲ ਦੇਖਣ ਲੱਗੇ, ਪਰ ਮੈਂ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਕੁਝ ਦਿਨਾਂ ਬਾਅਦ ਮੇਰੇ ਜੇਠ ਜੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਬਿਨਾਂ ਕਿਸੇ ਕਾਰਨ ਮੈਨੂੰ ਝਿੜਕ ਰਿਹਾ ਸੀ। ਪੁੱਛਣ ਲੱਗਾ ਕਿ ਤੂੰ ਆਪਣੇ ਕਮਰੇ ਦਾ ਦਰਵਾਜ਼ਾ ਕਿਉਂ ਬੰਦ ਰੱਖਦੀ ਹੈ? ਤੈਨੂੰ ਮੇਰੇ ਭਰਾ ਨੇ ਇੱਥੇ ਮੇਰੀ ਜ਼ਿੰਮੇਵਾਰੀ ਤੇ ਛੱਡਿਆ ਹੈ ਅਤੇ ਇਸ ਤੋਂ ਇਲਾਵਾ ਮੈਨੂੰ ਇਸ ਨੌਕਰਾਣੀ ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਇਸ ਲਈ ਮੈਂ ਰਾਤ ਨੂੰ ਬਾਰ-ਬਾਰ ਆਉਂਦਾ ਹਾਂ ਅਤੇ ਤੁਹਾਡੇ ਕਮਰੇ ਵਿੱਚ ਝਾਕਦਾ ਰਹਿੰਦਾ ਹਾਂ ਕਿ ਇਹ ਕੋਈ ਕੀਮਤੀ ਚੀਜ਼ ਚੋਰੀ ਕਰਕੇ ਭੱਜ ਨਾ ਜਾਵੇ। ਮੈਨੂੰ ਮੇਰੇ ਜੇਠ ਜੀ ਦੀ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ, ਸਗੋਂ ਜਿਸ ਤਰ੍ਹਾਂ ਉਹ ਮੈਨੂੰ ਝਿੜਕ ਰਿਹਾ ਸੀ ਮੈਨੂੰ ਉਸ ਦਾ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਆਇਆ। ਮੈਂ ਆਪਣੇ ਪਤੀ ਨੂੰ ਵੀ ਕਿਹਾ ਸੀ ਕਿ ਜਲਦੀ ਤੋਂ ਜਲਦੀ ਮੈਨੂੰ ਬੁਲਾਉਣ ਦਾ ਪ੍ਰਬੰਧ ਕਰੋ, ਮੈਂ ਤੁਹਾਡੇ ਕੋਲ ਆਉਣਾ ਹੈ। ਮੇਰੇ ਪਤੀ ਨੇ ਮੈਨੂੰ ਜੋ ਕਿਹਾ ਉਹ ਸੁਣ ਕੇ ਮੈਂ ਰੋਣ ਲੱਗ ਪਈ। ਉਹ ਕਹਿਣ ਲੱਗੇ ਕਿ ਭਰਾ ਨੇ ਮੈਨੂੰ ਤੁਹਾਨੂੰ ਇੱਥੇ ਬੁਲਾਉਣ ਤੋਂ ਸਖਤ ਮਨਾਹੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਨੂ ਕਦੇ ਵੀ ਇੱਥੋਂ ਬਾਹਰ ਨਹੀਂ ਜਾਵੇਗੀ। ਇਹ ਸੁਣ ਕੇ ਮੈਂ ਰੋਣ ਲੱਗ ਪਈ। ਮੈਂ ਆਪਣੇ ਪਤੀ ਨੂੰ ਕਿਹਾ, ਤੁਹਾਡਾ ਭਰਾ ਮੈਨੂੰ ਇਸ ਘਰ ਵਿੱਚ ਕਿਉਂ ਰੱਖਣਾ ਚਾਹੁੰਦਾ ਹੈ ਅਤੇ ਮੈਂ ਆਪਣੇ ਪਤੀ ਨੂੰ ਧਮਕੀ ਦਿੱਤੀ ਕਿ ਜਾਂ ਤਾਂ ਤੁਸੀਂ ਮੈਨੂੰ ਆਪਣੇ ਕੋਲ ਬੁਲਾ ਲਓ ਜਾਂ ਤੁਸੀਂ ਆਪ ਹੀ ਸ਼ਹਿਰ ਦਾ ਕੰਮ ਛੱਡ ਕੇ ਪਿੰਡ ਆ ਕੇ ਕੋਈ ਹੋਰ ਕੰਮ ਦੇਖ ਲਓ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ। ਮੇਰੇ ਪਤੀ ਨੇ ਕਿਹਾ, ਬਸ 6 ਮਹੀਨੇ ਦੀ ਗੱਲ ਹੈ, ਮੈਂ ਵਾਪਸ ਆਵਾਂਗਾ। ਤੁਸੀਂ ਹੁਣ 6 ਮਹੀਨੇ ਹੋਰ ਘਰ ਵਿੱਚ ਇਸੇ ਤਰ੍ਹਾਂ ਕੱਟ ਲਓ। ਮੈਂ ਇਸ ਗੱਲ ਤੇ ਹੀ ਸਹਿਮਤ ਨਹੀਂ ਸੀ, ਪਰ ਮੇਰੇ ਪਤੀ ਨੇ ਮੈਨੂੰ ਆਪਣੀ ਮਜਬੂਰੀ ਦੱਸਣ ਲੱਗੇ ਕਿ 6 ਮਹੀਨਿਆਂ ਬਾਅਦ ਮੇਰੀ ਤਰੱਕੀ ਹੋ ਜਾਵੇਗੀ ਅਤੇ ਮੈਨੂੰ ਚੰਗੀ ਰਕਮ ਮਿਲ ਜਾਵੇਗੀ। ਜੇ ਛੱਡ ਕੇ ਵਾਪਸ ਆ ਗਿਆ ਤਾਂ ਫਿਰ ਨੁਕਸਾਨ ਹੋਵੇਗਾ। ਮੈਂ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹਾਂ ਅਤੇ ਹੁਣ ਨਤੀਜੇ ਮਿਲਣ ਵਾਲੇ ਹਨ, ਇਸ ਲਈ ਤੁਸੀਂ ਮੈਨੂੰ ਬੁਲਾਉਣ ਤੇ ਅੜੇ ਹੋਏ ਹੋ। ਮੈਂ ਆਪਣੇ ਪਤੀ ਦੀਆਂ ਮਜਬੂਰੀਆਂ ਮੰਨਦੀ ਜਾਂ ਇਸ ਘਰ ਵਿੱਚ ਰਹਿ ਕੇ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਮੈਨੂੰ ਆਪਣੇ ਜੇਠ ਤੋਂ ਬਹੁਤ ਚਿੜ ਹੋਣ ਲੱਗੀ ਸੀ। ਪਤਾ ਨਹੀਂ ਉਹ ਕੀ ਚਾਹੁੰਦਾ ਸੀ। ਮੈਂ ਮਰਜ਼ੀ ਨਾਲ ਇਸ ਘਰ ਵਿੱਚ ਸਾਹ ਵੀ ਨਹੀਂ ਲੈ ਸਕਦੀ ਸੀ। ਜਦੋਂ ਵੀ ਉਹ ਰਾਤ ਨੂੰ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਸੌਂਦੀ ਤਾਂ ਉਹ ਰੌਲਾ ਪਾਉਣ ਲੱਗ ਜਾਂਦਾ। ਉਸ ਨੇ ਸਾਰੇ ਕੰਮ ਨੌਕਰਾਣੀ ਤੋਂ ਕਰਵਾਉਣ ਦੀ ਬਜਾਏ ਉਹਨਾਂ ਨੇ ਸਾਰੇ ਕੰਮ ਮੇਰੇ ਹਵਾਲੇ ਕਰ ਦਿੱਤੇ ਸੀ। ਸਿਰਫ ਮੈਂ ਹੀ ਜਾਣਦੀ ਸੀ ਕਿ ਮੈਂ ਕਿਸ ਦਰਦ ਵਿੱਚੋਂ ਲੰਘ ਰਹੀ ਸੀ। ਹੁਣ ਉਹ ਹਰ ਗੱਲ ਤੇ ਮੈਨੂੰ ਟੋਕਣ ਲੱਗ ਪਿਆ ਸੀ। ਮੈਨੂੰ ਘਰ ਵਿੱਚ ਆਪਣੇ ਜੇਠ ਦੀ ਮੌਜੂਦਗੀ ਦਾ ਬੁਰਾ ਲੱਗਣ ਲੱਗਾ ਸੀ। ਕਈ ਵਾਰ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਮੈਂ ਆਪਣੇ ਪਤੀ ਨੂੰ ਕਹਾਂ ਕਿ ਉਹ ਆਪਣੇ ਭਰਾ ਦਾ ਦੂਜਾ ਵਿਆਹ ਕਰਵਾ ਦੇ। ਸ਼ਾਇਦ ਉਸ ਦੀ ਦੂਜੀ ਪਤਨੀ ਦੇ ਆਉਣ ਨਾਲ ਉਸ ਦਾ ਮਨ ਠੀਕ ਹੋ ਜਾਵੇ। ਪਰ ਫਿਰ ਮੈਂ ਇਹ ਵੀ ਸੋਚਿਆ ਕਿ ਮੇਰਾ ਪਤੀ ਮੈਨੂੰ ਇਹਨਾਂ ਗੱਲਾਂ ਤੋਂ ਝਿੜਕ ਨਾ ਦੇਣ
ਕਿ ਮੈਂ ਉਸਦੇ ਭਰਾ ਬਾਰੇ ਕਿਹੋ ਜਿਹੀਆਂ ਗੱਲਾਂ ਕਰ ਰਹੀ ਹਾਂ। ਜੇ ਮੈਂ ਕਿਸੇ ਸਮੇਂ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਤਾਂ ਉਹ ਹੰਗਾਮਾ ਮਚਾ ਦਿੰਦੇ ਸੀ ਕਿ ਤੁਹਾਨੂੰ ਮੇਰੀ ਪਰਵਾਹ ਨਹੀਂ ਹੈ। ਮੈਨੂੰ ਭੋਜਨ ਦੇ ਕੇ ਕੀ ਤੁਸੀਂ ਸਮਝਦੇ ਹੋ ਕਿ ਤੁਹਾਡੀ ਜ਼ਿੰਮੇਵਾਰੀ ਪੂਰੀ ਹੋ ਗਈ ਹੈ? ਮੈਂ ਤੁਹਾਡੇ ਬਾਰੇ ਆਪਣੇ ਭਰਾ ਨੂੰ ਜ਼ਰੂਰ ਸ਼ਿਕਾਇਤ ਕਰਾਂਗਾ। ਮੈਂ ਉਸ ਦੇ ਨਿੱਤ ਦੇ ਕਲੇਸ਼ ਤੋਂ ਬਹੁਤ ਤੰਗ ਆ ਗਈ ਸੀ। ਮੈਂ ਕਿਹਾ, ਤੁਸੀਂ ਹੁਣ ਹੋਰ ਦੱਸੋ, ਤੁਹਾਨੂੰ ਮੇਰੇ ਤੋਂ ਕੀ ਚਾਹੀਦਾ ਹੈ? ਹੁਣ ਮੈਂ ਤੁਹਾਡੇ ਕਮਰੇ ਦੀ ਸਫਾਈ ਆਪ ਹੀ ਕਰਦੀ ਹਾਂ, ਤੁਹਾਡੇ ਸਾਰੇ ਕੰਮ ਮੈਂ ਆਪ ਕਰਦੀ ਹਾਂ, ਮੈਂ ਤੁਹਾਨੂੰ ਸਭ ਕੁਝ ਸਮੇਂ ਸਿਰ ਦਿੰਦੀ ਹਾਂ। ਇਸ ਤੋਂ ਇਲਾਵਾ ਮੇਰੀ ਹੋਰ ਕਿਹੜੀ ਜ਼ਿੰਮੇਵਾਰੀ ਹੈ? ਤਾਂ ਮੇਰੇ ਜੇਠ ਜੀ ਕਹਿਣ ਲੱਗੇ ਕਿ ਤੁਸੀਂ ਮੇਰੇ ਨੇੜੇ ਬੈਠ ਕੇ ਮੇਰੇ ਨਾਲ ਗੱਲਾਂ ਨਹੀਂ ਕਰਦੇ ਹੋ, ਮੈਨੂੰ ਸਮਾਂ ਨਹੀਂ ਦਿੰਦੇ। ਅੰਤ ਵਿੱਚ ਆਖਿਰ ਮੈਂ ਉਸਦੇ ਛੋਟੇ ਭਰਾ ਦੀ ਪਤਨੀ ਹੋਣ ਦੇ ਨਾਤੇ ਉਸ ਨਾਲ ਕੀ ਗੱਲ ਕਰਦੀ ਅਤੇ ਉਸ ਨੂੰ ਸਮਾਂ ਕਿਵੇਂ ਦਿੰਦੀ? ਮੇਰੇ ਲਈ ਉਸ ਨਾਲ ਬੈਠ ਕੇ ਗੱਲ ਕਰਨੀ ਬਹੁਤ ਔਖੀ ਸੀ। ਮੈਂ ਉਸ ਨੂੰ ਕੀ ਕਹਿ ਸਕਦੀ ਸੀ? ਇਸ ਬਾਰੇ ਉਸ ਨੂੰ ਖੁਦ ਸੋਚਣਾ ਚਾਹੀਦਾ ਸੀ। ਨਾ ਹੀ ਉਹਨਾਂ ਦਾ ਕੋਈ ਦੋਸਤ ਸੀ ਜਿਸ ਨਾਲ ਉਹ ਘਰੋਂ ਬਾਹਰ ਨਿਕਲਦਾ ਜਾਂ ਉਸ ਦਾ ਕੋਈ ਦੋਸਤ ਘਰ ਵਿੱਚ ਆਉਂਦਾ। ਉਹਨਾਂ ਦੇ ਘਰ ਨਾ ਤਾਂ ਕੋਈ ਗੁਆਂਢੀ ਅਤੇ ਨਾ ਹੀ ਕੋਈ ਰਿਸ਼ਤੇਦਾਰ ਆਉਂਦਾ ਸੀ। ਪਿੰਡ ਵਿੱਚ ਵੀ ਉਸ ਦੇ ਸਖਤ ਵਿਵਹਾਰ ਦੀਆਂ ਚਰਚਾਵਾਂ ਆਮ ਸਨ। ਲੋਕ ਉਸ ਨਾਲ ਗੱਲ ਕਰਨ ਤੋਂ ਪਹਿਲਾਂ ਜਾਂ ਤਾਂ ਡਰ ਜਾਂਦੇ ਸੀ ਜਾਂ ਘਬਰਾ ਜਾਂਦੇ ਸੀ। ਇਸ ਵਾਰ ਮੈਂ ਉਸ ਦੀ ਗੱਲ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਜੇ ਤੁਸੀਂ ਮੇਰੇ ਬਾਰੇ ਮੇਰੇ ਪਤੀ ਕੋਲ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖੁਸ਼ੀ ਨਾਲ ਮੇਰੀ ਸ਼ਿਕਾਇਤ ਕਰ ਸਕਦੇ ਹੋ, ਪਰ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਨਹੀਂ ਕਰ ਸਕਦੀ। ਇਸ ਘਰ ਦੀ ਨੂੰਹ ਹੋਣ ਦੇ ਨਾਤੇ ਮੈਂ ਜੋ ਕਰ ਸਕਦੀ ਹਾਂ ਕਰ ਰਹੀ ਹਾਂ। ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਰਹੀ ਹਾਂ। ਇਸ ਤੋਂ ਵੱਧ ਦੀ ਉਮੀਦ ਮੇਰੇ ਤੋਂ ਨਾ ਰੱਖੋ, ਚੰਗਾ ਹੋਵੇਗਾ। ਮੇਰੀ ਗੱਲ ਸੁਣ ਕੇ ਉਹ ਗੁੱਸੇ ਵਿੱਚ ਆ ਗਈ, ਪਰ ਮੈਨੂੰ ਕੁਝ ਨਹੀਂ ਕਿਹਾ। ਉਹ ਵਾਪਸ ਕਮਰੇ ਵਿੱਚ ਚਲੇ ਗਏ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਨੌਕਰਾਣੀ ਵੀ ਉੱਥੇ ਹੀ ਖੜੀ ਸੀ। ਉਹ ਸਾਡੀ ਸਾਰੀ ਗੱਲਬਾਤ ਸੁਣ ਰਹੀ ਸੀ। ਉਹ ਕਹਿਣ ਲੱਗੀ, ਭਾਬੀ, ਤੁਸੀਂ ਉਸ ਨਾਲ ਬਿਲਕੁਲ ਠੀਕ ਕੀਤਾ। ਤੁਸੀਂ ਸਾਹਿਬ ਦੀ ਪਤਨੀ ਥੋੜਾ ਹੋ ਜੋ ਘੰਟਿਆਂ ਵਧੀ ਉਹਨਾਂ ਨਾਲ ਗੱਲ ਕਰਦੇ ਰਹੋ। ਮੈਨੂੰ ਨੌਕਰਾਣੀ ਦੀਆਂ ਗੱਲਾਂ ਬਿਲਕੁਲ ਠੀਕ ਲੱਗੀਆਂ। ਮੇਰਾ ਕੀ ਰਿਸ਼ਤਾ ਸੀ ਕਿ ਮੈਂ ਉਸ ਨਾਲ ਬੈਠ ਕੇ ਗੱਲਾਂ ਕਰਦੀ। ਮੈਂ ਸੋਚਿਆ ਕਿ ਇਹ ਚੰਗਾ ਹੋਇਆ ਮੇਰਾ ਜੇਠ ਮੇਰੇ ਨਾਲ ਗੁੱਸੇ ਹੋ ਗਿਆ। ਘੱਟੋ ਘੱਟ ਉਹ ਹੁਣ ਮੈਨੂੰ ਪਰੇਸ਼ਾਨ ਨਹੀਂ ਕਰਨਗੇ। ਉਸੇ ਰਾਤ ਜਦੋਂ ਅਸੀਂ ਸੌਂ ਗਏ, ਉਸ ਰਾਤ ਮੇਰੇ ਨਾਲ ਜੋ ਹੋਇਆ ਉਸ ਤੋਂ ਬਾਅਦ ਮੈਂ ਬਹੁਤ ਡਰੀ ਹੋਈ ਸੀ। ਸਵੇਰੇ ਮੈਂ ਅੱਖਾਂ ਖੋਲ੍ਹ ਕੇ ਆਪਣੇ ਪੈਰਾਂ ਵੱਲ ਦੇਖਿਆ ਤਾਂ ਮੇਰੇ ਪੈਰਾਂ ਤੇ ਕਾਲੇ ਨਿਸ਼ਾਨ ਸਨ। ਨੌਕਰਾਣੀ ਅਜੇ ਸੁੱਤੀ ਪਈ ਸੀ। ਮੈਂ ਉਸ ਨੂੰ ਦੱਸਿਆ ਤਾਂ ਉਹ ਬੋਲੀ, ਭਾਬੀ, ਮੇਰਾ ਸਿਰ ਦਰਦ ਹੋ ਰਿਹਾ ਹੈ। ਮੈਨੂੰ ਬਹੁਤ ਤੇਜ਼ੀ ਨਾਲ ਨੀਂਦ ਆ ਰਹੀ ਹੈ। ਰਾਤ ਨੂੰ ਵੀ ਮੈਨੂੰ ਇਸ ਗੱਲ ਦਾ ਹੋਸ਼ ਨਹੀਂ ਸੀ ਕਿ ਮੈਂ ਕਿੱਥੇ ਸੌਈ ਹਾਂ ਅਤੇ ਕਿੱਥੇ ਨਾ। ਫਿਰ ਉਸਨੇ ਕਿਹਾ, ਹਾਂ ਭਾਬੀ, ਮੈਨੂੰ ਯਾਦ ਆਇਆ ਕਿ ਰਾਤ ਨੂੰ ਮੇਰਾ ਹਲਕਾ ਜਿਹਾ ਸਿਰ ਦਰਦ ਹੋ ਰਿਹਾ ਸੀ। ਸਾਹਿਬ ਨੇ ਮੈਨੂੰ ਸਿਰ ਦਰਦ ਦੀ ਗੋਲੀ ਦਿੱਤੀ ਸੀ। ਕਹਿੰਦਾ, ਇਹ ਖਾ ਲੈ, ਤੇਰਾ ਸਿਰ ਦਰਦ ਠੀਕ ਹੋ ਜਾਵੇਗਾ। ਪਰ ਪਤਾ ਨਹੀਂ, ਜਿਵੇਂ ਹੀ ਮੈਂ ਉਹ ਗੋਲੀ ਖਾਧੀ, ਮੈਨੂੰ ਬਹੁਤ ਤੇਜ਼ੀ ਨਾਲ ਨੀਂਦ ਆਉਣ ਲੱਗੀ ਅਤੇ ਮੇਰੇ ਹੋਸ਼ ਉੱਡ ਗਏ। ਨੌਕਰਾਣੀ ਦੀ ਇਹ ਗੱਲ ਸੁਣ ਕੇ ਮੈਂ ਰੋਣ ਲੱਗ ਪਈ ਕਿ ਉਸਨੇ ਗੋਲੀ ਖਾ ਲਈ ਸੀ, ਪਰ ਮੈਂ ਕਦੇ ਅਜਿਹਾ ਕੁਝ ਨਹੀਂ ਖਾਧਾ ਸੀ। ਤਾਂ ਮੈਨੂੰ ਯਾਦ ਕਿਉਂ ਨਹੀਂ ਆਉਂਦਾ? ਮੇਰੇ ਪੈਰਾਂ ਤੇ ਇਹ ਨਿਸ਼ਾਨ ਕਿਵੇਂ ਆਏ? ਹੁਣ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਚੁੱਪ ਨਹੀਂ ਰਹਾਂਗੀ। ਹੁਣ ਮੇਰੇ ਜੇਠ ਦੀਆਂ ਹਰਕਤਾਂ ਬਹੁਤ ਹੋ ਗਈਆਂ ਹੈ। ਅਗਲੀ ਰਾਤ ਮੈਂ ਨੌਕਰਾਣੀ ਨੂੰ ਨੀਂਦ ਦੀਆਂ ਗੋਲੀਆਂ ਦੇਣ ਦਾ ਬਹਾਨਾ ਬਣਾ ਕੇ ਉਸ ਨੂੰ ਆਪਣੇ ਬਿਸਤਰੇ ਤੇ ਸੁਆ ਦਿੱਤਾ ਤਾਂ ਕਿ ਮੇਰਾ ਜੇਠ ਸੋਚੇ ਕਿ ਨੌਕਰਾਣੀ ਸੋ ਰਹੀ ਹੈ ਅਤੇ ਮੈਂ ਆਪ ਲੁਕ ਗਈ ਸੀ। ਮੈਂ ਨੌਕਰਾਣੀ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਕਿਉਂਕਿ ਉਹ ਇਸ ਸੱਚਾਈ ਨੂੰ ਜਾਣਦੀ ਸੀ। ਉਹ ਮੇਰੀ ਮਦਦ ਕਰਨ ਲਈ ਰਾਜੀ ਹੋ ਗਈ। ਮੈਂ ਸੋਫੇ ਦੇ ਪਿੱਛੇ ਲੁਕ ਗਈ। ਮੈਂ ਕਮਰੇ ਦਾ ਤਾਲਾ ਵੀ ਨਹੀਂ ਲਗਾਇਆ ਸੀ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਜਦੋਂ ਰਾਤ ਦੇ 1:30 ਵਜੇ ਤਾਂ ਮੇਰੇ ਜੇਠ ਜੀ ਕਮਰੇ ਅੰਦਰ ਆਏ ਅਤੇ ਮੇਰੇ ਬੈੱਡ ਵੱਲ ਜਾਣ ਲੱਗੇ। ਮੈਂ ਲੁਕ ਛਿਪ ਕੇ ਉਸ ਨੂੰ ਦੇਖ ਰਹੀ ਸੀ। ਉਸ ਨੇ ਸੋਚਿਆ ਕਿ ਮੈਂ ਬੈੱਡ ਤੇ ਸੌਂ ਰਹੀ ਹਾਂ, ਪਰ ਨੌਕਰਾਣੀ ਬੈੱਡ ਤੇ ਸੌਂ ਰਹੀ ਸੀ ਅਤੇ ਮੈਂ ਉਸ ਨੂੰ ਲੁਕ ਛਿਪ ਕੇ ਦੇਖ ਰਹੀ ਸੀ। ਉਸ ਨੂੰ ਇਹ ਨਹੀਂ ਪਤਾ ਸੀ। ਜਿਵੇਂ ਹੀ ਉਹ ਬੈੱਡ ਵੱਲ ਵਧਿਆ, ਮੈਂ ਅਚਾਨਕ ਲਾਈਟ ਆਨ ਕਰ ਦਿੱਤੀ। ਮੇਰਾ ਜੇਠ ਬੈੱਡ ਤੋਂ ਪਿੱਛੇ ਹਟ ਗਿਆ। ਉਹ ਮੈਨੂੰ ਆਪਣੇ ਪਿੱਛੇ ਦੇਖ ਕੇ ਹੈਰਾਨ ਰਹਿ ਗਿਆ। ਪਰ ਫਿਰ ਅਚਾਨਕ 3 ਆਦਮੀ ਚਿਹਰੇ ਤੇ ਮਾਸਕ ਪਾ ਕੇ ਕਮਰੇ ਵਿੱਚ ਆਏ। ਉਹ ਮੇਰੇ ਅਤੇ ਮੇਰੇ ਜੇਠ ਦੇ ਹੱਥ ਬੰਨ੍ਹਣ ਲੱਗੇ। ਉਹ ਸਾਡੇ ਦੋਵਾਂ ਦੇ ਹੱਥਾਂ ਨੂੰ ਰੱਸੀ ਨਾਲ ਬੰਨ੍ਹ ਕੇ ਸਾਡੇ ਮੂੰਹਾਂ ਤੇ ਰੁਮਾਲ ਬੰਨ੍ਹਣ ਲੱਗੇ। ਅਸੀਂ ਦੋਵੇਂ ਹੱਥ ਛੁਡਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸੀ, ਪਰ ਅਸਫਲ ਰਹੇ। ਪਤਾ ਨਹੀਂ ਇਹ ਲੋਕ ਕੌਣ ਸਨ। ਅਸੀਂ ਉਹਨਾਂ ਨੂੰ ਜਾਣਦੇ ਵੀ ਨਹੀਂ ਸੀ ਅਤੇ ਉਹ ਮੇਰੇ ਕਮਰੇ ਵਿੱਚ ਕੀ ਕਰ ਰਹੇ ਸਨ।
ਮੇਰੀਆਂ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਨਿਕਲ ਰਹੇ ਸਨ। ਉਹਨਾਂ ਬੰਦਿਆਂ ਨੇ ਮੈਨੂੰ ਇੱਕ ਕੁਰਸੀ ਤੇ ਅਤੇ ਮੇਰੇ ਜੇਠ ਨੂੰ ਦੂਜੀ ਕੁਰਸੀ ਤੇ ਬਿਠਾਇਆ। ਮੇਰੇ ਜੇਠ ਵੀ ਰੱਸੀਆਂ ਨਾਲ ਬੰਨੇ ਹੋਏ ਸੀ। ਸਾਹਮਣੇ 3 ਆਦਮੀ ਖੜੇ ਸਨ ਅਤੇ ਮੇਰੀ ਅਲਮਾਰੀ ਵਿੱਚੋਂ ਸਾਰੇ ਗਹਿਣੇ ਅਤੇ ਪੈਸੇ ਕੱਢ ਰਹੇ ਸਨ। ਉਹ ਨੌਕਰਾਣੀ ਵੀ ਉਹਨਾਂ ਲੋਕਾਂ ਨਾਲ ਖੜੀ ਸੀ। ਸਾਰੀ ਖੇਡ ਉਸ ਨੇ ਰਚੀ ਸੀ। ਉਹ ਨੌਕਰਾਣੀ ਦੇ ਨਾਲ ਹੀ ਸੀ ਅਤੇ ਕਹਿ ਰਹੇ ਸੀ ਕਿ ਅਸੀਂ ਇਸ ਘਰ ਤੋਂ ਕਿੰਨੇ ਸਮੇਂ ਤੋਂ ਦੂਰ ਸੀ, ਹੁਣ ਤਾਂ ਹਰ ਚੀਜ਼ ਤੋਂ ਹੱਥ ਸਾਫ਼ ਕਰ ਲੈਂਦੇ। ਉਹ ਬਸ ਮੇਰਾ ਭਰੋਸਾ ਜਿੱਤਣਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਉਹ ਜਾਣਬੁੱਝ ਕੇ ਮੇਰੇ ਜੇਠ ਦੇ ਖਿਲਾਫ ਮੇਰੇ ਦਿਲ ਵਿੱਚ ਸ਼ੱਕ ਪੈਦਾ ਕਰ ਰਹੀ ਸੀ। ਉਹ ਮੇਰੇ ਪੈਰਾਂ ਤੇ ਕਾਲੀ ਸ਼ਾਹੀ ਦੇ ਨਿਸ਼ਾਨ ਵੀ ਲਗਾ ਦਿੰਦੀ ਸੀ ਤਾਂ ਕਿ ਮੈਨੂੰ ਲੱਗੇ ਕਿ ਜਿਵੇਂ ਮੇਰੇ ਜੇਠ ਜੀ ਮੈਨੂੰ ਕਾਬੂ ਕਰਨ ਲਈ ਮੇਰੇ ਤੇ ਕੋਈ ਜਾਦੂ ਟੂਣਾ ਕਰ ਰਹੇ ਹੈ। ਅਤੇ ਦੂਜੇ ਪਾਸੇ ਉਹ ਮੇਰੇ ਜੇਠ ਨੂੰ ਮੇਰੇ ਵਿਰੁੱਧ ਭੜਕਾਉਂਦੀ ਸੀ। ਉਹ ਉਸ ਨੂੰ ਕਹਿੰਦੀ ਸੀ ਕਿ ਤੇਰੇ ਭਰਾ ਦੀ ਘਰਵਾਲੀ ਬਿਲਕੁਲ ਵੀ ਚੰਗੀ ਨਹੀਂ ਹੈ, ਉਹ ਤੈਨੂੰ ਸਮਾਂ ਦੇਣ ਲਈ ਤਿਆਰ ਨਹੀਂ ਹੈ, ਇਸ ਲਈ ਤੁਹਾਡੀ ਸੇਵਾ ਨਹੀਂ ਕਰਨਾ ਚਾਹੁੰਦੀ। ਤੂੰ ਇਸ ਘਰ ਵਿੱਚ ਆਪਣੇ ਪਤੀ ਦੇ ਕਾਰਨ ਹੀ ਦੁਖੀ ਹੈ, ਇਸ ਲਈ ਉਹ ਤੁਹਾਡੇ ਨਾਲ ਗੱਲ ਵੀ ਨਹੀਂ ਕਰਦੀ। ਕਿਉਂਕਿ ਮੇਰੇ ਜੇਠ ਜੀ ਨੂੰ ਪਤਾ ਸੀ ਕਿ ਉਹ ਇੱਕ ਭੁਲੇਖੇ ਵਿੱਚ ਹੈ ਅਤੇ ਇਸੇ ਲਈ ਨੌਕਰਾਣੀ ਜਾਣਬੁੱਝ ਕੇ ਝਾੜੂ ਵਾਲੇ ਹੱਥਾਂ ਨਾਲ ਖਾਣਾ ਪਕਾਉਂਦੀ ਸੀ ਤਾਂ ਜੋ ਅਸੀਂ ਦੋਵੇਂ ਇੱਕ ਦੂਜੇ ਨਾਲ ਪਰੇਸ਼ਾਨ ਹੁੰਦੇ ਰਹੀਏ ਅਤੇ ਉਹ ਇੱਥੋਂ ਆਪਣਾ ਕੰਮ ਕਰੇਗੀ ਅਤੇ ਚੁੱਪਚਾਪ ਚਲੀ ਜਾਵੇਗੀ। ਉਸ ਰਾਤ ਜਦੋਂ ਮੈਂ ਉਸ ਨੂੰ ਆਪਣੀ ਯੋਜਨਾ ਬਾਰੇ ਦੱਸਿਆ ਤਾਂ ਉਸਨੇ 3 ਬੰਦਿਆਂ ਨੂੰ ਬੁਲਾਇਆ ਜੋ ਉਸ ਦੇ ਗਰੋਹ ਦੇ ਸਨ। ਉਸ ਨੇ ਨੀਂਦ ਦੀ ਕੋਈ ਦਵਾਈ ਨਹੀਂ ਲਈ ਸੀ। ਉਹ ਮੈਨੂੰ ਅਤੇ ਮੇਰੇ ਜੇਠ ਜੀ ਨੂੰ ਇੱਕ ਕਮਰੇ ਵਿੱਚ ਇਕੱਠਾ ਕਰਨਾ ਚਾਹੁੰਦੀ ਸੀ ਅਤੇ ਉਸਨੇ ਜੋ ਕੁਝ ਵੀ ਮੈਨੂੰ ਮੇਰੇ ਜੇਠ ਜੀ ਦੇ ਖਿਲਾਫ ਕਿਹਾ ਉਹ ਝੂਠ ਸੀ। ਅਤੇ ਰਾਤ ਨੂੰ ਉਸਨੇ ਮੇਰੇ ਜੇਠ ਜੀ ਨੂੰ ਕਿਹਾ ਕਿ ਤੁਹਾਡੇ ਭਰਾ ਦੀ ਪਤਨੀ ਮੈਨੂੰ ਆਪਣੇ ਬੈੱਡ ਤੇ ਸੁਆ ਕੇ ਰਾਤ ਨੂੰ ਕਿਸੇ ਨੂੰ ਮਿਲਣਾ ਚਾਹੁੰਦੀ ਹੈ। ਯਕੀਨ ਨਹੀਂ ਆਉਂਦਾ ਤਾਂ ਰਾਤ ਨੂੰ ਕਮਰੇ 'ਚ ਆ ਕੇ ਦੇਖ ਲਿਓ। ਇਸੇ ਕਰਕੇ ਰਾਤ ਨੂੰ ਜਦੋਂ ਮੇਰੇ ਜੇਠ ਜੀ ਕਮਰੇ ਵਿੱਚ ਆਏ ਤਾਂ ਮੈਂ ਉਸ ਦੇ ਕੋਲ ਜਾ ਕੇ ਦੇਖਣ ਜਾ ਰਿਹਾ ਸੀ ਕਿ ਮੰਜੇ ਤੇ ਕੌਣ ਸੁੱਤਾ ਹੈ ਅਤੇ ਫਿਰ ਜਿਵੇਂ ਹੀ ਮੈਂ ਉਸ ਦੇ ਬੈੱਡ ਦੇ ਨੇੜੇ ਗਿਆ ਤਾਂ ਮੈਂ ਲਾਈਟ ਔਨ ਕਰ ਦਿੱਤੀ। ਮੈਨੂੰ ਕਮਰੇ ਵਿੱਚ ਦੇਖ ਕੇ ਉਹ ਵਾਪਸ ਜਾਣ ਲੱਗਾ। ਕਮਰੇ ਵਿੱਚ 3 ਵਿਅਕਤੀ ਖੜੇ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ਦਾਰ ਚਾਕੂ ਸਨ। ਨੌਕਰਾਣੀ ਵੀ ਖੜੀ ਸੀ। ਜਿਵੇਂ ਹੀ ਇਹ 3 ਬੰਦੇ ਸਾਡੇ ਕਮਰੇ ਵਿੱਚ ਆਏ ਤਾਂ ਉਹਨਾਂ ਨੇ ਸਾਨੂੰ ਰੱਸੀਆਂ ਨਾਲ ਬੰਨ੍ਹਣਾ ਸ਼ੁਰੂ ਕਰ ਦਿੱਤਾ। ਉਸਨੇ ਸਾਡੇ ਘਰ ਦਾ ਸਾਰਾ ਸਮਾਨ ਚੋਰੀ ਕਰ ਲਿਆ। ਪਰ ਉਸ ਰਾਤ ਚੰਗਾ ਹੋਇਆ ਕਿ ਮੇਰੇ ਪਤੀ ਸਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਅਤੇ ਉਹ ਉਸੇ ਰਾਤ ਘਰ ਵਾਪਸ ਆ ਗਏ। ਘਰ ਦਾ ਮੇਨ ਗੇਟ ਖੁੱਲ੍ਹਾ ਦੇਖ ਕੇ ਉਹ ਡਰ ਗਏ। ਜਦੋਂ ਉਹ ਅੰਦਰ ਆਏ ਤਾਂ ਉਸਨੇ ਆਦਮੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਸਮਝਿਆ ਕਿ ਘਰ ਵਿੱਚ ਚੋਰ ਵੜਿਆ ਹੈ। ਉਹ ਮੇਰੇ ਜੇਠ ਜੀ ਦੇ ਕਮਰੇ ਵਿੱਚ ਗਿਆ ਅਤੇ ਪੁਲਿਸ ਨੂੰ ਬੁਲਾਇਆ। ਕੁਝ ਦੇਰ ਵਿੱਚ ਹੀ ਪੁਲਿਸ ਵੀ ਘਰ ਵਿੱਚ ਆ ਗਈ ਅਤੇ ਸਾਡੀ ਜਾਨ ਅਤੇ ਸਾਡਾ ਸਾਰਾ ਸਮਾਨ ਬਚ ਗਿਆ। ਪੁਲਿਸ ਨੇ ਵੀ ਨੌਕਰਾਣੀ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਇੱਕ ਗਰੋਹ ਹੈ ਜੋ ਪਿੰਡ ਦੇ ਲੋਕਾਂ ਨੂੰ ਮੂਰਖ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਅਤੇ ਪੁਲਿਸ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਲੋਕ ਹੱਥ ਨਹੀਂ ਆ ਸਕੇ। ਜੇਕਰ ਅੱਜ ਇਹ ਲੋਕ ਮਿਲ ਗਏ ਹੈ ਤਾਂ ਤੁਹਾਡੇ ਪਿੰਡ ਵਿੱਚ ਚੋਰੀਆਂ ਘੱਟ ਹੋ ਜਾਣਗੀਆਂ। ਮੇਰੇ ਜੇਠ ਜੀ ਨੇ ਮੇਰੇ ਪਤੀ ਨੂੰ ਇਹ ਕਹਿ ਕੇ ਵਾਪਸ ਦੂਜੇ ਸ਼ਹਿਰ ਜਾਣ ਤੋਂ ਸਖਤੀ ਨਾਲ ਇਨਕਾਰ ਕਰ ਦਿੱਤਾ ਕਿ ਅਸੀਂ ਘੱਟ ਪੈਸਿਆਂ ਤੇ ਗੁਜ਼ਾਰਾ ਕਰਾਂਗੇ ਪਰ ਦਿਨ ਰਾਤ ਆਪਣੇ ਘਰ ਕੋਈ ਨੌਕਰ ਨਹੀਂ ਰੱਖਾਂਗੇ। ਕੁਝ ਨੌਕਰ ਘਰ ਦੇ ਭੇਤੀ ਹੁੰਦੇ ਹੈ। ਘਰ ਦੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਜਦੋਂ ਮੌਕਾ ਮਿਲਦਾ ਹੈ ਤਾਂ ਉਹ ਆਪਣਾ ਕੰਮ ਕਰਕੇ ਭੱਜ ਜਾਂਦੇ ਹਨ। ਹੁਣ ਮੇਰੇ ਵਿਆਹ ਨੂੰ 7 ਸਾਲ ਬੀਤ ਚੁੱਕੇ ਹਨ। ਮੇਰੇ ਵੀ 3 ਬੱਚੇ ਹਨ ਪਰ ਹੁਣ ਮੈਂ ਘਰ ਦਾ ਸਾਰਾ ਕੰਮ ਖੁਦ ਕਰਦੀ ਹਾਂ। ਮੇਰੇ ਪਤੀ ਨੇ ਵੀ ਆਪਣੀ ਸ਼ਹਿਰ ਦੀ ਨੌਕਰੀ ਛੱਡ ਦਿੱਤੀ ਹੈ। ਉਹ ਪਿੰਡ ਵਿੱਚ ਹੀ ਕੰਮ ਕਰਦਾ ਹੈ। ਭਾਵੇਂ ਮੇਰਾ ਪਤੀ ਮੈਨੂੰ ਘਰ ਵਿੱਚ ਨੌਕਰਾਨੀ ਰੱਖਣ ਲਈ ਕਹਿੰਦਾ ਹੈ ਮੈਂ ਸਾਫ਼ ਇਨਕਾਰ ਕਰ ਦਿੰਦੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਅਸੀਂ ਦੁਬਾਰਾ ਉਹੀ ਗਲਤੀ ਕਰੀਏ। ਕਈ ਵਾਰ ਅਸੀਂ ਲੋਕਾਂ ਦੇ ਇੰਨਾ ਭਰੋਸਾ ਕਰਦੇ ਹਾਂ ਕਿ ਉਹ ਸਾਨੂੰ ਮੂਰਖ ਬਣਾਉਂਦੇ ਹਨ। ਮੇਰੀ ਨੌਕਰਾਨੀ ਦੀਆਂ ਗੱਲਾਂ ਕਰਕੇ ਮੈਨੂੰ ਆਪਣੇ ਜੇਠ ਜੀ ਤੇ ਸ਼ੱਕ ਹੋਣ ਲੱਗਾ। ਇਹੀ ਕਾਰਨ ਸੀ ਕਿ ਨੌਕਰਾਨੀ ਇਸ ਗੱਲ ਦਾ ਫਾਇਦਾ ਉਠਾ ਕੇ ਸਾਨੂੰ ਮੂਰਖ ਬਣਾ ਰਹੀ ਸੀ। ਸਾਨੂੰ ਕਿਸੇ ਵੀ ਵਿਅਕਤੀ ਤੇ ਇੰਨਾ ਭਰੋਸਾ ਨਹੀਂ ਕਰਨਾ ਚਾਹੀਦਾ
ਪਹਿਲਾਂ ਉਸ ਨੂੰ ਪਰਖਣਾ ਚਾਹੀਦਾ ਹੈ। ਹੁਣ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ ਅਤੇ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਉਸ ਘਟਨਾ ਤੋਂ ਬਾਅਦ ਮੈਂ ਆਪਣੇ ਜੇਠ ਜੀ ਤੋਂ ਮਾਫੀ ਮੰਗ ਲਈ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਨੌਕਰਾਣੀ ਦੀਆਂ ਗੱਲਾਂ 'ਚ ਆ ਕੇ ਤੁਹਾਡੇ ਤੇ ਜੋ ਵੀ ਸ਼ੱਕ ਕੀਤਾ ਹੈ ਉਸ ਲਈ ਮੈਨੂੰ ਮਾਫ ਕਰ ਦਿਓ। ਉਸਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਤੂੰ ਮੇਰੀ ਛੋਟੀ ਭੈਣ ਵਰਗੀ ਹੈ, ਮੈਂ ਕਦੇ ਤੇਰੇ ਵੱਲ ਦੇਖ ਵੀ ਨਹੀਂ ਸਕਦਾ। ਮੈਂ ਤਾਂ ਉਸ ਨੌਕਰਾਣੀ ਕਰਕੇ ਹੀ ਤੇਰੇ ਤੇ ਨਜ਼ਰ ਰੱਖਣ ਲੱਗਾ ਸੀ। ਮੇਰੇ ਪਤੀ ਨੇ ਪਿੰਡ ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਅਤੇ ਪਿੰਡ ਦੇ ਬਹੁਤ ਸਾਰੇ ਲੋਕ ਅਤੇ ਮੇਰੇ ਜੇਠ ਜੀ ਵੀ ਉਹਨਾਂ ਨਾਲ ਕੰਮ ਕਰਦੇ ਹਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।